biggest South Asian media group, Y Media. Hello everyone, my name is Yudhir Jaswal. I'm the group editor at Y Media. Y Media group ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y Media ਮੈਂ ਯੁਧੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। Y Media ਪੋਲੀਟੀਕਲ ਸੈਂਸੈਕਸ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹੈਗੇ ਆ। ਵਰਲਡਸ ਲਾਰਜੈਸਟ ਡੈਮੋਕ੍ਰੇਸੀ ਇੰਡੀਆ, ਦੁਨੀਆ ਦੀਆਂ ਸਭ ਤੋਂ ਬੜੀਆਂ ਇਲੈਕਸ਼ਨਸ ਜਿਹੜੀਆਂ ਹੋਣ ਜਾ ਰਹੀਆਂ ਨੇ। ਹਾਲਾਂਕਿ ਇਹਦੀ ਫਾਰਮਲ ਅਨਾਊਂਸਮੈਂਟ ਤਾਂ ਅਜੇ ਨਹੀਂ ਹੋਈ, ਬਟ ਅਸੀਂ ਉਮੀਦ ਕੀਤੀ ਜਾ ਰਹੀ ਹੈ ਕਿ ਮਿਡ ਫੈਬਰਰੀ ਦੇ ਆਸ-ਪਾਸ ਇਹਦੀ ਫਾਰਮਲ ਅਨਾਊਂਸਮੈਂਟ ਜਿਹੜੀ ਹੈ ਹੋ ਸਕਦੀ ਹੈ। ਬਾਕੀ ਇਟਸ ਇੰਡੀਅਨ ਗਵਰਨਮੈਂਟਸ ਪ੍ਰੈਰੋਗੇਟਿਵ ਕਿ ਉਹ ਇਹਨੂੰ ਪਹਿਲਾਂ ਅਨਾਊਂਸ ਕਰਨ। ਬਹੁਤ ਜ਼ਿਆਦਾ 5 ਸਾਲ ਦੀ ਮਿਆਦ ਤੋਂ ਤਾਂ ਨਹੀਂ ਜ਼ਿਆਦਾ ਵਧਾਇਆ ਜਾ ਸਕਦਾ ਅਨਲੈਸ ਦੇयर ਇਜ਼ ਸਮ ਐਮਰਜੈਂਸੀ ਸਿਚੁਏਸ਼ਨ, ਬਟ ਉਸ ਤੋਂ ਪਹਿਲਾਂ ਗਵਰਨਮੈਂਟ ਨੂੰ ਟਾਈਮਲੀ ਇਲੈਕਸ਼ਨਸ ਕਰਵਾਉਣੀਆਂ ਹੈਗੀਆਂ ਨੇ। ਔਰ ਡੇਟ ਇਸ ਲਈ ਮਿਡ ਫੈਬਰਰੀ ਦੀ ਕਿਤੇ ਆ ਰਹੀ ਹੈ ਕਿਉਂਕਿ ਜਨਵਰੀ ਦੀ ਜੇ ਅਸੀਂ ਗੱਲ ਕਰੀਏ ਸਾਰਿਆਂ ਦਾ ਫੋਕਸ ਰਾਮ ਮੰਦਿਰ ਦੇ ਉੱਤੇ ਹੈ। 22 ਜਨਵਰੀ 22 ਜਨਵਰੀ ਇਹ ਡੇਟ ਪਿਕ ਕੀਤੀ ਹੈਗੀ ਹੈ ਜਦੋਂ ਕਿ ਰਾਮ ਮੰਦਿਰ ਦੀ ਇਨੋਗ੍ਰੇਸ਼ਨ ਹੋ ਰਹੀ ਹੈ। ਤਾਂ ਸਾਰਿਆਂ ਨੂੰ ਪਤਾ ਹੈ ਕਿ 22 ਜਨਵਰੀ ਤੋਂ ਪਹਿਲਾਂ ਤਾਂ ਕੋਈ ਅਨਾਊਂਸਮੈਂਟ ਪੋਸੀਬਲ ਨਹੀਂ ਹੈ। ਸੋ ਦੈਟਸ ਵਨ ਡੇਟ। ਸੈਕੰਡ ਡੇਟ ਜਿਹੜੀ ਸਾਨੂੰ ਨਜ਼ਰ ਆ ਰਹੀ ਹੈਗੀ ਹੈ ਦੈਟ ਇਜ਼ 13th ਐਂਡ 14th ਆਫ ਫੈਬਰਰੀ। 13 ਫਰਵਰੀ ਔਰ 14 ਫਰਵਰੀ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜੇ ਨੇ ਉਹ ਜਾ ਰਹੇ ਨੇ UAE। 13 ਫਰਵਰੀ ਨੂੰ ਉੱਥੇ ਜਿਹੜਾ ਬਹੁਤ ਬੜਾ ਇੰਡੀਅਨ ਡਾਇਸਪੋਰਾ ਹੈ ਉਹਨਾਂ ਦੇ ਨਾਲ ਉਹਨਾਂ ਨੇ ਮੀਟਿੰਗ ਰੱਖੀ ਹੋਈ ਹੈ। ਔਰ 14 ਫਰਵਰੀ ਨੂੰ ਉੱਥੇ ਜਿਹੜੀ ਹੈ ਬਹੁਤ ਬੜਾ ਮੰਦਿਰ ਜਿਹੜਾ ਹੈਗਾ ਉੱਥੇ ਹਿੰਦੂ ਮੰਦਿਰ ਬਣਿਆ ਹੈ ਬੈਪਸ ਦਾ, ਸਵਾਮੀ ਨਾਰਾਇਣ ਮੰਦਿਰ ਦਾ, ਉਹਦੀ ਇਨੋਗ੍ਰੇਸ਼ਨ ਉੱਥੇ ਹੋਏਗੀ। ਸੋ ਜ਼ਾਹਿਰ ਜੀ ਗੱਲ ਹੈ ਕਿ 22 ਜਨਵਰੀ 13 ਫਰਵਰੀ ਔਰ 14 ਫਰਵਰੀ ਦੀਸ ਥਿੰਗਸ ਆਰ ਲਾਈਨਡ ਅਪ। ਇਹਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ 26 ਜਨਵਰੀ ਉਹ ਇੱਕ ਹੋਰ ਇੰਪੋਰਟੈਂਟ ਡੇ ਹੋਏਗਾ। ਹਾਲਾਂਕਿ US ਪ੍ਰੈਜ਼ੀਡੈਂਟ ਜੋ ਬਾਈਡਨ ਨਹੀਂ ਇਸ ਵਾਰ ਅਟੈਂਡ ਕਰ ਰਹੇ, ਲੇਕਿਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਜਿਹੜੇ ਨੇ ਉਹ ਆ ਰਹੇ ਨੇ। ਸੋ 22 ਜਨਵਰੀ 26 ਜਨਵਰੀ 13 ਫੈਬ 14 ਫੈਬ ਇਹ ਇੰਪੋਰਟੈਂਟ ਡੇਟਸ ਨਜ਼ਰ ਆ ਰਹੀਆਂ। ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਲਾਈਨ ਅਪ ਹੈ ਜੋ ਮੈਂ ਅੱਗੇ ਚੱਲ ਕੇ ਜ਼ਿਕਰ ਕਰਾਂਗਾ। ਸੋ ਇਹਨਾਂ ਸਾਰੇ ਹਾਲਾਤਾਂ 'ਚ ਲੱਗ ਰਿਹਾ ਹੈ ਕਿ ਇਸ ਵੇਲੇ ਹਾਈਪ ਬਣਾਈ ਜਾਏਗੀ, ਕਾਫੀ ਗੱਲਬਾਤ ਕੀਤੀ ਜਾਏਗੀ ਰਾਮ ਮੰਦਿਰ ਦੀ। 26 ਜਨਵਰੀ 13 ਫਰਵਰੀ ਔਰ 14 ਫਰਵਰੀ ਦੇ ਅਲੱਗ ਇਵੈਂਟਸ ਜਿਹੜੇ ਹੋ ਰਹੇ ਨੇ ਔਰ ਵਿੱਚ ਕੁਝ ਹੋਰ ਇਵੈਂਟਸ ਵੀ ਸਕੈਜੂਲਡ ਨੇ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਆਈ ਥਿੰਕ ਇੱਕ ਮੋਮੈਂਟਮ ਬਿਲਡ ਕਰਨ ਦੀ ਕੋਸ਼ਿਸ਼ BJP ਵੱਲੋਂ ਕੀਤੀ ਜਾਏਗੀ। ਐਂਡ ਰਾਈਟ ਆਫਟਰ ਵੈਨ ਦੇ ਥਿੰਕ, ਜਦ BJP ਨੂੰ ਐਸਾ ਲੱਗੇਗਾ ਕਿ ਸਾਡਾ ਮੋਮੈਂਟਮ ਬਹੁਤ ਵਧੀਆ ਬਣ ਰਿਹਾ ਹੈ ਤੇ ਉਸ ਵੇਲੇ ਉਹ ਮਿਡ ਫੈਬਰਰੀ ਦੇ ਵਿੱਚ ਕਿਤੇ 2nd 3rd ਜਾਂ 4th ਵੀਕ ਤੋਂ ਪਹਿਲਾਂ ਚਾਂਸਸ ਨੇ ਕਿ ਉਹ ਇਲੈਕਸ਼ਨਸ ਅਨਾਊਂਸ ਕਰ ਸਕਦੇ ਨੇ। ਔਰ ਇਲੈਕਸ਼ਨਸ ਜਿਹੜੀਆਂ April ਔਰ May ਦੇ ਵਿੱਚ ਇਸ ਸਾਲ ਹੋਣਗੀਆਂ। ਸੋ ਇਹ ਸਾਰਾ ਇੱਕ ਸਿਲਸਿਲਾ ਲੱਗ ਰਿਹਾ। ਦੂਸਰੀ ਤਰਫ ਕਾਊਂਟਰ ਪਲਾਨ ਕੀ ਹੈਗਾ? ਕਾਊਂਟਰ ਪਲਾਨ ਕਾਂਗਰਸ ਪਾਰਟੀ ਜਿਹੜੀ ਆ ਸਟਾਰਟ ਹੋ ਰਹੀ ਹੈ ਜੀ, ਉਹਨਾਂ ਦੀ ਕਿਕ ਆਫ ਹੋ ਰਹੀ ਹੈ ਭਾਰਤ ਜੋੜੋ ਨਿਆਂ ਯਾਤਰਾ। ਪਹਿਲਾਂ ਭਾਰਤ ਨਿਆਂ ਯਾਤਰਾ ਉਹਨਾਂ ਨੇ ਨਾਮ ਰੱਖਿਆ ਸੀ, ਪਰ ਪਿਛਲੀ ਵਾਰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਰੱਖਿਆ ਗਿਆ ਸੀਗਾ। ਸੋ ਭਾਰਤ ਜੋੜੋ ਨਿਆਂ ਯਾਤਰਾ ਹੁਣ ਇਹਦਾ ਨਾਮ ਰੱਖਿਆ ਜਾ ਰਿਹਾ। 14 ਸਟੇਟਸ ਕਵਰ ਕਰੇਗੀ। ਮਨੀਪੁਰ ਤੋਂ ਸਟਾਰਟ ਹੋ ਰਹੀ ਹੈ, ਮਹਾਰਾਸ਼ਟਰ ਮੁੰਬਈ ਦੇ ਵਿੱਚ ਜਿਹੜੀ ਯਾਤਰਾ ਹੈ ਰਾਹੁਲ ਗਾਂਧੀ ਜੀ ਦੀ। ਇਹ ਬਹੁਤ ਇੰਪੋਰਟੈਂਟ ਮੈਂ ਜ਼ਾਤੀ ਤੌਰ 'ਤੇ ਸਮਝਦਾ ਇਸ ਲਈ ਹੈ ਕਿਉਂਕਿ ਬੰਗਾਲ ਦੇ ਵਿੱਚ ਵੀ ਇਹ ਜਾਣੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਾ ਰਹੀ ਹੈ, ਰਾਜਸਥਾਨ ਵਿੱਚ ਵੀ ਜਾ ਰਹੀ ਹੈਗੀ ਹੈ ਔਰ ਬਿਹਾਰ ਦੇ ਵਿੱਚ ਵੀ ਇਹ ਜਾਣੀ ਹੈ। ਸੋ ਇਹ ਸਾਰੀਆਂ ਸਟੇਟਸ ਬੜੀਆਂ ਇੰਪੋਰਟੈਂਟ ਹੈ। ਮਹਾਰਾਸ਼ਟਰ ਅਗੇਨ 48 ਸੀਟਸ ਮਹਾਰਾਸ਼ਟਰ 'ਚ ਹੈਗੀਆਂ। ਮਹਾਰਾਸ਼ਟਰ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ ਸਟੇਟ। ਸੋ 48 ਸੀਟਸ ਚਾਹੇ ਮਹਾਰਾਸ਼ਟਰ ਦੀਆਂ, 80 ਸੀਟਸ ਅਸੀਂ ਸਾਰੇ ਜਾਣਦੇ ਹਾਂ ਉੱਤਰ ਪ੍ਰਦੇਸ਼ ਦੀਆਂ, ਵੈਰੀ ਇੰਪੋਰਟੈਂਟ ਉੱਥੇ ਕੀ ਕੁਝ ਹੋਏਗਾ। ਔਰ ਜੇ ਮੈਂ ਗੱਲ ਕਰਾਂ ਬੰਗਾਲ ਦੀ 42 ਸੀਟਸ ਉੱਥੇ ਹੈਗੀਆਂ, ਬਿਹਾਰ ਦੇ ਵਿੱਚ 40 ਸੀਟਸ ਹੈਗੀਆਂ। ਸੋ ਦੀਜ਼ ਆਰ ਆਲ ਵੈਰੀ ਵੈਰੀ ਇੰਪੋਰਟੈਂਟ ਸੀਟਸ। ਲੇਕਿਨ ਕੀ ਹੋਏਗਾ ਇਸ ਯਾਤਰਾ ਦੇ ਦਰਮਿਆਨ? ਔਰ ਓਪੋਜੀਸ਼ਨ ਦਾ ਜਿਹੜਾ ਪੂਰਾ ਅਲਾਇੰਸ ਹੈ, ਕੁਝ ਮੇਜਰ ਡਿਵੈਲਪਮੈਂਟਸ ਵੀ ਹੋ ਰਹੀਆਂ। ਰੀਸੈਂਟ ਜਿਹੜੀ ਓਪੋਜੀਸ਼ਨ ਅਲਾਇੰਸ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਮਮਤਾ ਬੈਨਰਜੀ ਜੀ ਨਹੀਂ ਆਏ, ਮੈਂ ਅੱਗੇ ਚੱਲ ਕੇ ਡਿਸਕਸ ਕਰਾਂਗਾ ਉਹਦੇ ਬਾਰੇ। ਅਖਿਲੇਸ਼ ਯਾਦਵ ਸਾਹਿਬ ਹੀ ਆਲਸੋ ਸਕਿਪ ਦੈਟ ਮੀਟਿੰਗ। ਔਰ ਮੇਨ ਜਿਹੜਾ ਹੁਣ ਅੱਜ ਕੱਲ੍ਹ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਸੀਟ ਸ਼ੇਅਰਿੰਗ ਦੇ ਉੱਤੇ, ਜਿੱਥੇ ਲਗਾਤਾਰ ਇਸ ਵੇਲੇ ਚਰਚਾ ਚੱਲ ਰਹੀ ਹੈ। ਬਟ ਇੱਕ ਖਬਰ ਆ ਰਹੀ ਸੀਗੀ ਕਿ ਮੇਬੀ ਰਾਹੁਲ ਗਾਂਧੀ ਜੀ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੀਟ ਸ਼ੇਅਰਿੰਗ ਆਲਮੋਸਟ ਫਾਈਨਲ ਹੋ ਜਾਏਗੀ। ਸੋ ਉਹ ਆਲਮੋਸਟ ਫਾਈਨਲ ਤੇ ਨਹੀਂ ਹੋਈ, ਪੂਰੀ ਤਰ੍ਹਾਂ ਫਾਈਨਲ ਹੋ ਜਾਣੀ ਚਾਹੀਦੀ ਸੀ। ਆਈ ਥਿੰਕ ਦਿਸ ਸ਼ੁੱਡ ਹੈਵ ਬੀਨ ਅ ਡਨ ਡੀਲ। ਔਰ ਖੁਦ ਜੇ ਅਸੀਂ ਗੱਲ ਕਰੀਏ ਇੰਡੀਆ ਅਲਾਇੰਸ ਜਿਹੜਾ ਓਪੋਜੀਸ਼ਨ ਅਲਾਇੰਸ ਆ, ਉਹ ਜੂਨ 'ਚ ਜਦੋਂ ਪਹਿਲੀ ਮੀਟਿੰਗ ਹੋਈ ਸੀ ਉਸ ਵੇਲੇ ਕਹਿ ਰਹੇ ਸੀਗੇ ਕਿ ਬੜੀ ਜਲਦੀ ਅਸੀਂ ਇਹਨੂੰ ਫਾਈਨਲਾਈਜ਼ ਕਰਾਂਗੇ। 18 ਜੁਲਾਈ ਨੂੰ ਦੂਸਰੀ ਮੀਟਿੰਗ ਹੋਈ, ਫਿਰ ਵੀ ਇਹੀ ਗੱਲ ਕੀਤੀ ਗਈ ਕਿ ਬਹੁਤ ਜਲਦੀ ਸਾਰਾ ਕੁਝ ਫਾਈਨਲਾਈਜ਼ ਹੋਏਗਾ। ਬਟ ਫਿਰ ਕਾਂਗਰਸ ਜਿਹੜੀ ਹੈਗੀ ਆ, ਆਈ ਥਿੰਕ ਉਹਨਾਂ ਨੂੰ ਐਸਾ ਲੱਗਾ ਕਿ ਉਹ ਜਿਹੜੀਆਂ 3 ਸਟੇਟਸ ਦੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਔਰ ਤੇਲੰਗਾਨਾ ਦੇ ਵਿੱਚ ਉਹ ਵਧੀਆ ਪ੍ਰਦਰਸ਼ਨ ਕਰਨਗੇ। ਤੇਲੰਗਾਨਾ 'ਚ ਕਾਂਗਰਸ ਨੇ ਸਰਕਾਰ ਵੀ ਬਣਾਈ, ਬਟ ਉਹਨਾਂ ਨੂੰ ਉਮੀਦ ਸੀਗੀ ਕਿ ਰਾਜਸਥਾਨ, ਮੱਧ ਪ੍ਰਦੇਸ਼ ਜਾਂ ਛੱਤੀਸਗੜ੍ਹ। ਸੋ ਕਾਂਗਰਸ ਵਾਜ਼ ਐਕਸਪੈਕਟਿੰਗ ਕਿ ਤੇਲੰਗਾਨਾ 'ਚ ਸ਼ਾਨਦਾਰ ਪ੍ਰਦਰਸ਼ਨ ਹੋਏਗਾ। ਕਾਂਗਰਸ ਦੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਚੰਗਾ ਕੀਤਾ ਉਹਨਾਂ ਨੇ, ਸਰਕਾਰ ਬਣਾਈ ਤੇਲੰਗਾਨਾ ਦੇ ਵਿੱਚ।
ਛੱਤੀਸਗੜ੍ਹ ਕਾਂਗਰਸ ਨੂੰ ਲੱਗ ਰਿਹਾ ਸੀ ਇਟਸ ਅ ਡਨ ਡੀਲ। ਸੋ ਉਹਨੂੰ ਲੱਗ ਰਿਹਾ ਸੀ 4 ਦੇ ਵਿੱਚੋਂ 2 ਬੜੀਆਂ ਸਟੇਟਸ ਤੇ ਆ ਹੀ ਰਹੀਆਂ, ਤੇਲੰਗਾਨਾ ਚੰਗਾ ਪ੍ਰਦਰਸ਼ਨ, ਛੱਤੀਸਗੜ੍ਹ ਇਜ਼ ਅ ਡਨ ਡੀਲ। ਔਰ ਕਾਂਗਰਸ ਵਾਸ ਐਕਸਪੈਕਟਿੰਗ ਕਿ ਰਾਜਸਥਾਨ ਸ਼ਾयद ਜਾ ਰਿਹਾ ਹੈ ਪਰ ਉਧਰ ਵੀ ਜ਼ੋਰ ਲਗਾਓ ਔਰ ਮੱਧ ਪ੍ਰਦੇਸ਼ ਸ਼ਾयद ਕਾਂਗਰਸ ਜਿੱਤ ਜਾਏਗੀ। ਸੋ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਨੂੰ ਐਸਾ ਲੱਗ ਰਿਹਾ ਸੀਗਾ ਕਿ ਸੀਟ ਸ਼ੇਅਰਿੰਗ ਇਸ ਤੋਂ ਬਾਅਦ ਹੋਏ ਸੋ ਦੈਟ ਦੇ ਹੈਵ ਇਨਫ ਰੂਮ। ਔਰ ਉਸ ਟਾਈਮ ਕਾਂਗਰਸ ਜੋ ਹੁਣ ਬਾਕੀ ਪਾਰਟੀਜ਼ ਕਹਿ ਵੀ ਰਹੀਆਂ, ਚਾਹੇ ਜਨਤਾ ਦਲ ਯੂਨਾਈਟਿਡ, ਨੀਤੀਸ਼ ਕੁਮਾਰ ਸਾਹਿਬ ਦੀ ਪਾਰਟੀ ਦੇ ਸਪੋਕਸਪਰਸਨ ਐਸੀ ਗੱਲ ਕਰਦੇ ਰਹਿੰਦੇ ਆ, ਜਾਂ ਅਧੀਰ ਰੰਜਨ ਸਾਹਿਬ ਜਦੋਂ ਮਮਤਾ ਜੀ ਨੂੰ ਕਾਊਂਟਰ ਕਰਦੇ ਫਿਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਔਰ TMC ਜਿਹੜੀ ਆ ਉਹ ਫਿਰ ਕਾਂਗਰਸ ਨੂੰ ਕਾਊਂਟਰ ਕਰਦੀ ਰਹਿੰਦੀ ਹੈ ਕਿ ਆਪਕੀ ਤਾਂ ਨੀਤੀ ਅਕੇਲਾ ਚਲੋ ਕੀ ਹੈ। TMC ਇਹ ਸਵਾਲ ਖੜੇ ਕਰਦੀ ਹੈ ਕਾਂਗਰਸ ਦੇ ਉੱਤੇ। ਸੋ ਕਾਂਗਰਸ ਨੂੰ ਲੱਗ ਰਿਹਾ ਕਿ ਉਹ ਮਾਮਲਾ ਠੀਕ ਨਹੀਂ ਬੈਠਿਆ। ਰਿਜ਼ਲਟਸ ਆ ਗਏ, ਲੇਕਿਨ ਰਿਜ਼ਲਟਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ 15 ਦਸੰਬਰ ਨਹੀਂ ਤਾਂ ਫਾਈਨਲੀ 31 ਦਸੰਬਰ ਤੱਕ ਐਵਰੀਥਿੰਗ ਵਿਲ ਬੀ ਸੌਰਟਡ ਆਊਟ। ਇਹ ਗੱਲ ਕਹੀ ਜਾ ਰਹੀ ਸੀਗੀ, ਠੀਕ ਹੈ। ਹੁਣ 31 ਦਸੰਬਰ ਤੱਕ ਵੀ ਜਿਹੜੀ ਸਾਰੀ ਗੱਲ ਆ ਸੌਰਟ ਆਊਟ ਨਹੀਂ ਹੋਈ। ਫਿਰ ਖਬਰ ਆਈ ਕਿ ਮੀਟਿੰਗਸ ਚੱਲ ਰਹੀਆਂ, ਔਰ ਬਿਲਕੁਲ ਮੀਟਿੰਗਸ ਚੱਲ ਰਹੀਆਂ ਨੇ ਸਾਰੀਆਂ। ਜਿਹੜੇ ਕਾਂਗਰਸ ਦੇ ਸਟੇਟ ਯੂਨਿਟਸ ਨੇ ਉਹਨਾਂ ਦੇ ਲੀਡਰਸ ਨੂੰ, ਸਾਰੇ ਸਟੇਟ ਯੂਨਿਟ ਦੇ ਲੀਡਰਸ ਨੂੰ ਕਾਂਗਰਸ ਦੇ ਦਿੱਲੀ ਦੇ ਵਿੱਚ ਲਗਾਤਾਰ ਮੀਟਿੰਗਸ ਚੱਲ ਰਹੀਆਂ ਹੈਗੀਆਂ ਨੇ। ਲੇਕਿਨ ਉਮੀਦ ਸੀਗੀ ਕਿ ਰਾਹੁਲ ਗਾਂਧੀ ਜੀ ਦੀ ਯਾਤਰਾ, ਹੁਣ ਉਹ ਸਮੇਂ ਆ ਗਿਆ ਰਾਹੁਲ ਗਾਂਧੀ ਜੀ ਯਾਤਰਾ ਵੀ ਸ਼ੁਰੂ ਹੋ ਰਹੀ ਹੈ ਹੁਣ, ਲੇਕਿਨ ਯਾਤਰਾ ਤੋਂ ਪਹਿਲਾਂ ਸਾਰਾ ਕੁਝ ਫਾਈਨਲਾਈਜ਼ ਨਹੀਂ ਹੋਇਆ। ਜੇ ਅੱਜ ਅਸੀਂ ਕਹੀਏ ਕਿ ਬਹੁਤ ਕਰੀਬੀ ਮਾਮਲਾ ਆਲਮੋਸਟ ਫਾਈਨਲਾਈਜ਼ ਹੋ ਗਿਆ, ਉਹ ਵੀ ਸ਼ਾਇਦ ਹਜੇ ਨਹੀਂ ਹੋਇਆ। ਹੁਣ ਸਵਾਲ ਇਸ ਗੱਲ ਦੇ ਉੱਤੇ ਕਿ ਜਿੱਥੇ ਸੀਟ ਸ਼ੇਅਰਿੰਗ ਨੰਬਰ 1 ਇਸ਼ੂ ਤੇ ਹੈ ਹੀ ਹੈ, ਦੂਸਰਾ ਇਸ਼ੂ ਕੀ ਹੋ ਸਕਦਾ ਹੈ? ਹੂ ਵਿਲ ਬੀ ਦਾ ਪ੍ਰਾਈਮ ਮਿਨਿਸਟਰੀਅਲ ਫੇਸ। ਪ੍ਰਾਈਮ ਮਿਨਿਸਟਰ ਦੇ ਚਿਹਰੇ ਬਾਰੇ ਸ਼ਰਦ ਪਵਾਰ ਹੋਣਾ ਦਾ ਤਾਜ਼ਾ ਬਿਆਨ ਆ ਗਿਆ, ਜਿਸ 'ਚ ਉਹਨੇ ਕਿਹਾ ਹੈ ਕਿ ਇਲੈਕਸ਼ਨ ਹੈਡਿੰਗ ਟੂਵਰਡਸ ਇਲੈਕਸ਼ਨ ਪ੍ਰਾਈਮ ਮਿਨਿਸਟਰ ਚਿਹਰਾ ਅਸੀਂ ਨਹੀਂ ਅਨਾਉਂਸ ਕਰਾਂਗੇ। ਔਰ ਰੀਜ਼ਨ ਉਹਦਾ ਸਭ ਨੂੰ ਪਤਾ ਹੈ ਕਿ ਸਾਰਿਆਂ ਦੇ ਮਿਸ਼ਨ ਹੈ, ਨਿਤੀਸ਼ ਕੁਮਾਰ ਜੀ ਚਾਹੁੰਦੇ ਆ ਕਿ ਉਹ ਪ੍ਰਧਾਨ ਮੰਤਰੀ ਦਾ ਚਿਹਰਾ ਉਹਨਾਂ ਨੂੰ ਕਹਿਤਾ ਜਾਏ। ਔਰ ਪਹਿਲੀ ਮੀਟਿੰਗ ਤੋਂ ਉਹ ਕਨਵੈਨਰ ਲਈ ਵੇਟ ਕਰ ਰਹੇ ਸੀ, ਹੁਣ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਕਨਵੈਨਰ ਬਣਾਇਆ ਜਾਏ। ਔਰ ਫਿਰ ਮਲਿਕਾ ਅਰਜੁਨ ਖਰਗੇ ਸਾਹਿਬ ਦਾ ਨਾਮ ਆ ਗਿਆ ਕਿ ਇਹਨਾਂ ਨੂੰ ਕਨਵੈਨਰ ਬਣਾਤਾ ਜਾਏ। ਫਿਰ ਗੱਲ ਹੋ ਗਈ ਨਹੀਂ ਜੀ ਇਹਨਾਂ ਨੂੰ ਚੇਅਰਪਰਸਨ ਬਣਾਤਾ ਜਾਏ, ਦੋਨਾਂ ਦਾ ਨਾਮ ਆ ਜਾਏ ਸੋ ਦੈਟ ਕਾਂਗਰਸ ਦੇ ਵੀ ਇੱਕ ਲੀਡਰ ਆ ਗਏ ਸਾਹਮਣੇ। ਹਾਲਾਂਕਿ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਕਿ ਚੇਅਰਪਰਸਨ ਸ਼ਾਇਦ ਕਾਂਗਰਸ ਨੇ ਵੀ ਇਹ ਸੋਚਿਆ ਹੋਣਾ, ਕਿਉਂਕਿ ਜਦੋਂ ਪਹਿਲੀ ਵਾਰੀ ਮਮਤਾ ਬੈਨਰਜੀ ਜੀ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਇਹਨੂੰ ਸਮਰਥਨ ਦਿੱਤਾ, ਮਮਤਾ ਜੀ ਨੇ ਅਨਾਉਂਸ ਕੀਤਾ ਸੀਗਾ ਕਿ ਮਲਿਕਾ ਅਰਜੁਨ ਖਰਗੇ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਉਹ ਕਨਵੈਨਰ ਬਣਾਤਾ ਜਾਏ। ਦੇयर वाज नो डिस्कशन अबाउट ਚੇਅਰਪਰਸਨ, ਗੱਲ ਹੋ ਰਹੀ ਸੀ ਕਨਵੈਨਰ ਦੀ ਸਿਰਫ। ਲੇਕਿਨ ਹੁਣ ਆਈ ਥਿੰਕ ਉਹਨਾਂ ਨੂੰ ਲੱਗਾ ਕਿ ਐਸਾ ਕਰਦੇ ਹੈਗੇ ਆ। ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ। ਨਿਤੀਸ਼ ਕੁਮਾਰ ਜੀ ਫਿਰ ਕਹਿਣ ਕਿ ਸ਼ਾਇਦ ਉਹ ਕਨਵੈਨਰ ਵਿੱਚ ਸ਼ਾਇਦ ਇੰਟਰਸਟਡ ਨਹੀਂ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੀ ਉਧਰੋਂ ਪ੍ਰੈਜ਼ੀਡੈਂਟ ਜਾਂ ਚੇਅਰਪਰਸਨ ਬਣ ਰਹੇ ਨੇ। ਹੁਣ ਮੁੱਦਾ ਇਹ ਹੈਗਾ ਕਿ ਸੀਟ ਸ਼ੇਅਰਿੰਗ ਇੱਕ ਅਹਿਮ ਮੁੱਦਾ ਹੈ, ਉਹ ਹਜੇ ਸੋਲਵ ਨਹੀਂ ਹੋਇਆ। ਦੂਸਰਾ ਜਿਹੜਾ ਹੈਗਾ ਕਿ ਪ੍ਰਾਈਮ ਮਿਨਿਸਟਰ ਫੀਸ, ਉਹ ਸ਼ਾਇਦ ਦੇ ਮਾਈਟ ਬੀ ਏਬਲ ਟੂ ਗੈਟ ਅਵੇ ਵਿਦ ਦੈਟ ਕਿ ਠੀਕ ਹੈ ਜੇ ਅਸੀਂ ਇਲੈਕਸ਼ਨ ਤੋਂ ਬਾਅਦ ਕਰਾਂਗੇ, ਵਿਚ ਇਜ਼ ਓਕੇ ਫਾਈਨ। 2004 ਦੇ ਵਿੱਚ ਵੀ ਪਹਿਲਾਂ ਅਨਾਉਂਸ ਨਹੀਂ ਸੀ ਹੋਇਆ ਕਿ ਪ੍ਰਾਈਮ ਮਿਨਿਸਟਰ ਚਿਹਰਾ ਕੌਣ ਹੋਏਗਾ, ਔਰ ਬਾਅਦ ਦੇ ਵਿੱਚ ਸਡਨਲੀ ਵੀ ਆਲ ਨੋ ਕਿ ਮਨਮੋਹਨ ਸਿੰਘ ਜੀ ਬਣ ਗਏ ਸੀਗੇ। ਸੋ ਹੋ ਸਕਦਾ ਹੈ ਉਸੇ ਤਰਸ ਦੇ ਉੱਤੇ, ਔਰ ਉਸ ਟਾਈਮ ਵੀ NDA ਦੀ ਸਰਕਾਰ ਸੀਗੀ, BJP ਉਹਨੂੰ ਲੀਡ ਕਰ ਰਹੇ ਸੀਗੇ। ਸੋ ਔਰ ਉਸ ਵੇਲੇ ਵੀ ਇੰਡੀਆ ਸ਼ਾਈਨਿੰਗ ਦਾ ਨਾਰਾ ਸੀਗਾ। ਪ੍ਰਮੋਦ ਮਹਾਜਨ ਸਾਹਿਬ ਔਰ ਅਡਵਾਨੀ ਸਾਹਿਬ ਨੇ ਜਲਦੀ ਕੀਤੀ ਸੀ, ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇੰਡੀਆ ਸ਼ਾਈਨਿੰਗ ਹੈ, ਮੋਮੈਂਟਮ NDA ਦੇ ਨਾਲ ਹੈ। ਵਾਜਪਾਈ ਸਾਹਿਬ ਐਗਰੀ ਨਹੀਂ ਕਰ ਰਹੇ ਸੀਗੇ, ਲੇਕਿਨ ਅਡਵਾਨੀ ਸਾਹਿਬ ਔਰ ਪ੍ਰਮੋਦ ਮਹਾਜਨ ਸਾਹਿਬ ਤੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਲੇਕਿਨ ਉਹਨਾਂ ਦੋਨਾਂ ਦਾ, ਅਡਵਾਨੀ ਸਾਹਿਬ ਹੀ ਸਟਿਲ ਅਰਾਊਂਡ, ਕਾਫੀ ਬਜ਼ੁਰਗ ਹੋ ਗਏ ਨੇ, ਬਟ ਉਹਨਾਂ ਦੋਨਾਂ ਦਾ ਇਹ ਮੰਨਣਾ ਸੀਗਾ ਕਿ ਮੋਮੈਂਟਮ BJP ਦੇ ਨਾਲ ਹੈ, NDA ਦੇ ਨਾਲ ਹੈ, ਇਲੈਕਸ਼ਨਸ ਜਲਦੀ ਕਰਵਾ ਲਈਏ, ਇੰਡੀਆ ਸ਼ਾਈਨਿੰਗ ਨਾਰਾ ਦੇ ਕੇ। ਅਡਵਾਨੀ ਸਾਹਿਬ ਨੂੰ ਸੀਗਾ ਕਿਉਂਕਿ ਕੁਰਸੀ ਉਹਨਾਂ ਦੇ ਕੋਲ ਹੀ ਆਣੀ ਸੀਗੀ ਉਸ ਸਮੇਂ ਕਿ ਉਹ ਫਟਾਫਟ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ। ਪ੍ਰਮੋਦ ਮਹਾਜਨ ਸਾਹਿਬ ਡੈਫੀਨੇਟਲੀ ਨਿਊ ਕਿ ਉਹ ਬਹੁਤ ਸਟਰੋਂਗ ਲੀਡਰ ਨੇ ਉਸ ਸਮੇਂ, ਔਰ ਕਾਫੀ ਕੁਝ ਚੀਜ਼ਾਂ ਉਹਨਾਂ ਦੇ ਕੰਟਰੋਲ 'ਚ ਆਉਣਗੀਆਂ। ਸੋ ਐਸਾ ਸਿਲਸਿਲਾ ਉਸ ਸਮੇਂ ਚੱਲ ਰਿਹਾ ਸੀਗਾ। ਹੁਣ ਲੇਕਿਨ ਵੀ ਆਲ ਨੋ ਕਿ ਦੁਬਾਰਾ ਜਿਹੜੇ ਆਪੋਜੀਸ਼ਨ ਦੀਆਂ ਜਿਹੜੀਆਂ ਪਾਰਟੀਆਂ ਨੇ, ਹਾਲਾਂਕਿ ਕਾਂਗਰਸ ਉਸ ਵੇਲੇ ਵੀ 200 ਸੀਟਾਂ ਤੇ ਉਸ ਵੇਲੇ ਵੀ ਨਹੀਂ ਜਿੱਤੀਆਂ ਉਹਨਾਂ ਨੇ। 2009 'ਚ ਜ਼ਰੂਰ ਚੰਗਾ ਪ੍ਰਦਰਸ਼ਨ ਕਾਂਗਰਸ 200 ਦਾ ਆંકੜਾ ਜਿਹੜਾ ਪਾਰ ਕਰ ਗਈ, ਲੇਕਿਨ 2014 ਦੇ ਵਿੱਚ ਉਹੀ ਡ੍ਰੌਪ ਡਾਊਨ ਹੋਈ, ਕਿੱਥੇ 200 ਦਾ ਆંકੜਾ ਪਾਰ, ਔਰ ਹੁਣ 50 ਦੇ ਆਸ-ਪਾਸ ਸੀਟਾਂ ਰਹਿ ਗਈਆਂ। ਹੁਣ ਉਸ ਤੋਂ ਵੀ ਘਟ ਗਈਆਂ, 53 54, ਔਰ ਹੁਣ 44 ਸੀਟਸ ਰਹਿ ਗਈਆਂ 2019 ਦੇ ਵਿੱਚ। ਔਰ BJP ਦੀ ਜਿਹੜੀ ਸਟਰੈਂਥ ਹੈ ਵੱਧ ਰਹੀ ਹੈਗੀ ਆ, 300 ਦਾ ਆંકੜਾ ਪਾਰ। BJP ਦੇ ਜਿਹੜੇ ਸਪੋਰਟਰਸ ਆ ਉਹ ਇਸ ਵਾਰ ਕਹਿ ਰਹੇ ਕਿ ਜੀ 400 ਦਾ ਆંકੜਾ ਪਾਰ, ਪਰ ਐਸਾ ਕੁਝ ਨਜ਼ਰ ਨਹੀਂ ਆ ਰਿਹਾ ਕਿ 400 ਦਾ ਆંકੜਾ ਪਾਰ ਹੋਣਾ ਕਿਹੜੀ ਜਗ੍ਹਾ ਤੋਂ। ਔਰ ਜਦ ਮੈਂ ਕਾਂਗਰਸ ਦੇ ਨੰਬਰਸ ਵੀ ਦੇਖਦਾ ਹਾਂ ਤੇ ਕਾਂਗਰਸ ਦੇ ਜਿਹੜੇ ਸਮਰਥਕ ਨੇ ਉਹ ਵੀ ਕਹਿ ਰਹੇ ਨੇ ਕਿ ਦੁਬਾਰਾ 200 ਅਸੀਂ ਕ੍ਰਾਸ ਕਰਾਂਗੇ, ਬਟ ਸਿਰਫ 2009 ਦੀਆਂ ਇਲੈਕਸ਼ਨ ਜ਼ਰੂਰ ਕਾਂਗਰਸ ਨੇ 200 ਕ੍ਰਾਸ ਕੀਤਾ, ਉਸ ਤੋਂ ਇਲਾਵਾ ਕਦੇ ਵੀ ਉਹਨਾਂ ਨੇ 200 ਦਾ ਆંકੜਾ ਪਾਰ ਨਹੀਂ ਕੀਤਾ ਰੀਸੈਂਟ ਟਾਈਮਸ ਜੇ ਪਿਛਲੇ ਅਸੀਂ 4-5 ਇਲੈਕਸ਼ਨਸ ਦੇਖੀਏ। ਸੋ ਕਾਂਗਰਸ ਨੂੰ ਵੀ ਇਹ ਗੱਲ ਸੋਚਣੀ ਪਏਗੀ ਕਿ ਪਿਛਲੀਆਂ 5-6 ਇਲੈਕਸ਼ਨਸ ਵਿੱਚ ਕਾਂਗਰਸ ਵੀ ਕਿੱਦਾਂ ਦਾ ਪ੍ਰਦਰਸ਼ਨ ਜਿਹੜਾ ਉਹ ਇਸ ਸਮੇਂ ਕਰ ਰਹੀ ਹੈ।
ਇਸ ਤੋਂ ਇਲਾਵਾ ਕਾਮਨ ਮਿਨੀਮਮ ਪ੍ਰੋਗਰਾਮ ਬਾਹਰ ਨਹੀਂ ਆਇਆ ਕਿ ਆਖਿਰਕਾਰ ਮੈਨੀਫੈਸਟੋ ਕੀ ਹੈਗਾ ਔਰ ਕੈਂਡੀਡੇਟਸ ਦੀ ਜੇ ਅਸੀਂ ਅਨਾਉਂਸਮੈਂਟ ਕਰੀਏ, ਕਿਆ ਸੋਨੀਆ ਗਾਂਧੀ ਜੀ ਰਾਏਬਰੇਲੀ ਤੋਂ ਲੜਨਗੇ ਜਾਂ ਤੇਲੰਗਾਨਾ ਦੀ ਕੋਈ ਸੇਫ ਸੀਟ ਦੇਖਣਗੇ, ਰਾਹੁਲ ਗਾਂਧੀ ਜੀ ਕਿਆ ਅਮੇਠੀ ਦੇ ਵਿੱਚ ਵੀ ਕੰਟੈਸਟ ਕਰਨਗੇ ਜਾਂ ਵੈਨਾਡ ਦੇ ਵਿੱਚ ਹੀ ਇਸ ਵਾਲੀ ਕਰਨਗੇ, ਇਹਦੇ ਬਾਰੇ ਵੀ ਕੋਈ ਕਨਫਰਮੇਸ਼ਨ ਨਹੀਂ ਆ ਰਹੀ। ਸੋ ਇਹ ਵੀ ਸਵਾਲ ਜਿਹੜੇ ਨੇ ਉਹਨਾਂ ਵਾਸਤੇ ਬਰਕਰਾਰ ਹੈ। ਐਸਾ ਨਹੀਂ ਹੈ ਕਿ ਬੀਜੇਪੀ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਜਾਂ ਐਨਡੀਏ ਦੇ ਵਿੱਚ ਸਭ ਕੁਝ ਠੀਕ ਠਾਕ ਹੈ, ਉੱਥੇ ਵੀ ਬਹੁਤ ਜ਼ਿਆਦਾ ਚੈਲੰਜਸ ਬਰਕਰਾਰ ਨੇ। ਬਟ ਲੁਕਿੰਗ ਐਟ ਦ ਸਟਰੈਂਥ ਆਫ ਮੋਦੀ ਐਂਡ ਅਮਿਤ ਸ਼ਾਹ, ਸ਼ਾਇਦ ਬਹੁਤ ਜ਼ਿਆਦਾ ਲੋਕ ਕੁਝ ਕਹਿ ਨਹੀਂ ਰਹੇ ਹੈ। ਅੰਦਰ ਅੰਦਰ ਉੱਥੇ ਵੀ ਬੜਾ ਕੁਝ ਹੈ, ਉੱਥੇ ਵੀ ਬਗਾਵਤ ਦੇ ਸੁਰ ਕਲੀਅਰ ਹੈ, ਲੇਕਿਨ ਸ਼ਾਇਦ ਜਿਹੜਾ ਬੀਜੇਪੀ ਐਨਡੀਏ ਹੈ ਉਹ ਇਸ ਕਾਰਨ ਬਾਹਰ ਕੁਝ ਨਹੀਂ ਬੋਲ ਰਿਹਾ ਕਿਉਂਕਿ ਉਹਨਾਂ ਨੂੰ ਅੰਦਾਜ਼ਾ ਹੈ ਕਿ ਜੇ ਇੱਕ ਵਾਰ ਫਿਰ ਬੀਜੇਪੀ ਸਟਰੋਂਗ ਮੈਂਡੇਟ ਲੈ ਕੇ ਆਉਂਦੀ ਹੈ ਔਰ ਐਨਡੀਏ ਦੀ ਸਰਕਾਰ ਬਣਦੀ ਹੈ ਤਾਂ ਜਿਹੜੇ ਲੋਕ ਅੱਜ ਕੁਝ ਸਵਾਲ ਖੜੇ ਕਰਨਗੇ ਉਹਨਾਂ ਨੂੰ ਹਮੇਸ਼ਾ ਲਈ ਸਾਈਡਲਾਈਨ ਕਰ ਦਿੱਤਾ ਜਾਏਗਾ, ਜੋ ਪਹਿਲਾਂ ਵੀ ਹੋਇਆ। ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਲਓ ਕਿ ਜੋ ਹਾਲ ਹੀ ਦੇ ਵਿੱਚ ਸਟੇਟ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੀਫ ਮਿਨਿਸਟਰ ਆਖਰੀ ਸਮੇਂ ਤੱਕ ਕਿਸੇ ਨੂੰ ਨਹੀਂ ਪਤਾ ਔਰ ਮੋਦੀ ਸਾਹਿਬ ਔਰ ਅਮਿਤ ਸ਼ਾਹ ਜੀ ਨੇ ਮੁਲਾਕਾਤ ਕਰਕੇ ਤਿਆਰੀ ਕਰਕੇ ਅਨਐਕਸਪੈਕਟਡਲੀ ਉਹ ਨਾਮ ਸਾਹਮਣੇ ਆਇਆ ਔਰ ਬੜੇ ਬੜੇ ਦਿੱਗਜ ਜਿਹੜੇ ਨੇ, ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਉਹ ਚਾਹੇ ਅਸੀਂ ਗੱਲ ਕਰੀਏ ਰਾਜਸਥਾਨ ਦੀ, ਚਾਹੇ ਅਸੀਂ ਗੱਲ ਕਰੀਏ ਮੱਧ ਪ੍ਰਦੇਸ਼ ਦੀ ਔਰ ਚਾਹੇ ਅਸੀਂ ਗੱਲ ਕਰੀਏ ਛੱਤੀਸਗੜ੍ਹ ਦੀ, ਤਿੰਨੋਂ ਜਿਹੜੇ ਸਟਰੋਂਗ ਹੈਡ ਸੀਗੇ ਜਿਨ੍ਹਾਂ ਦੇ ਮੰਨਿਆ ਜਾ ਰਿਹਾ ਸੀਗਾ ਕਿ ਯੈਸ ਰਮਨ ਸਿੰਘ 15 ਸਾਲ ਤੱਕ ਸਰਕਾਰ ਦੇ ਵਿੱਚ ਰਹੇ ਨੇ, ਰਮਨ ਸਿੰਘ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਛੱਤੀਸਗੜ੍ਹ ਜਿਹੜੀ ਕਿ ਉਮੀਦ ਨਹੀਂ ਸੀਗੀ ਉੱਥੇ ਵੀ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਰਮਨ ਸਿੰਘ ਉਹਨਾਂ ਦਾ ਕੋਈ ਬਿਆਨ ਅਸੀਂ ਦੇਖਿਆ ਕਿ ਉਹ ਨਹੀਂ ਆਇਆ। ਸੋ ਇਸੇ ਤਰ੍ਹਾਂ ਅਸੀਂ ਜੇ ਗੱਲ ਕਰੀਏ ਰਾਜਸਥਾਨ ਔਰ ਮੱਧ ਪ੍ਰਦੇਸ਼ ਦੇ ਵਿੱਚ ਵੀ ਨਵੇਂ ਚਿਹਰੇ ਜਿਨ੍ਹਾਂ ਦਾ ਕੱਲ ਤੱਕ ਕੁਝ ਲੋਕ ਕਹਿ ਜ਼ਰੂਰ ਰਹੇ ਨੇ ਕਿ ਅਸੀਂ ਸੋਚ ਰਹੇ ਸੀ ਇਹਨਾਂ ਦੇ ਬਾਰੇ, ਬਟ ਪਹਿਲੀ 4-5 ਦੀ ਲਿਸਟ ਦੇ ਵਿੱਚ ਬੜੇ ਸਾਰੇ ਨਾਮ ਸੀਗੇ। ਸੋ ਬੀਜੇਪੀ ਦੀ ਅੱਜ ਜਿਹੜੀ ਰਣਨੀਤੀ ਆ ਉਹ ਮੋਦੀ ਸਾਹਿਬ ਔਰ ਅਮਿਤ ਸ਼ਾਹ ਜੀ ਚਲਾ ਰਹੇ ਨੇ, ਇਸ ਕਾਰਨ ਬੀਜੇਪੀ ਦੇ ਵਿੱਚ ਵੀ ਜਿਹੜੇ ਬਗਾਵਤ ਦੇ ਸੁਰ ਨੇ ਉਹ ਦਬੇ ਹੋਏ ਨੇ ਔਰ ਜਾਂ ਜੇ ਕੋਈ ਉੱਠਦਾ ਵੀ ਹੈ ਤਾਂ ਉਹਨੂੰ ਪਤਾ ਹੈ ਕਿ ਇਸ ਉਹਦਾ ਨਤੀਜਾ ਕੀ ਹੋਣਾ ਹੈ। ਸੋ ਇਹ ਗੱਲ ਸਭ ਨੂੰ ਪਤਾ, ਲੇਕਿਨ ਇਸ ਸਾਈਡ ਦੇ ਉੱਤੇ ਕੀ ਹੈ ਕਿ ਸਭ ਨੂੰ ਪਤਾ ਹੈ ਕਿ ਕਾਂਗਰਸ ਇਜ਼ ਨਾਟ ਦੈਟ ਵੈਰੀ ਸਟਰੋਂਗ, ਕੋਈ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈ, ਲੇਕਿਨ ਜੇ ਸਰਕਾਰ ਬਣਾਏਗਾ ਜਿਹੜਾ ਆਪੋਜੀਸ਼ਨ ਹੈ ਉਹਦਾ ਰਸਤਾ ਕਾਂਗਰਸ ਤੋਂ ਹੀ ਹੋ ਕੇ ਗੁਜ਼ਰੇਗਾ। ਇਸ ਲਈ ਮਮਤਾ ਜੀ ਮੀਟਿੰਗ ਮਿਸ ਕਰ ਗਏ, ਅਖਿਲੇਸ਼ ਯਾਦਵ ਸਾਹਿਬ ਮੀਟਿੰਗ ਮਿਸ ਕਰ ਗਏ, ਦੋ ਬੜੇ ਲੀਡਰਸ ਨੇ, वेस्ट बंगाल 42 सीट्स, उत्तर प्रदेश 80 सीट्स, लेकिन दो बड़े लीडर्स चाहे मीटिंग मिस करन चाहे कुछ करन, लेकिन उन्होंने सब ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਰਸਤਾ ਜਿਹੜਾ ਉਹ ਕਾਂਗਰਸ ਦੇ ਜ਼ਰੀਏ ਗੁਜ਼ਰੇਗਾ। ਸੋ ਮੈਨੂੰ ਉਮੀਦ ਹੈ ਕਿ ਅਗਲੇ ਕੁਝ ਸਮੇਂ ਦੇ ਵਿੱਚ ਜਿਹੜੀ ਹੈ ਉਹ ਸੀਟ ਸ਼ੇਅਰਿੰਗ ਜ਼ਰੂਰ ਆਏਗੀ ਬਾਹਰ, ਜਾਂ ਹੋਰ ਏਜੰਡਾ ਕੀ ਹੈਗਾ ਹੈ, ਬਹੁਤ ਕੁਝ ਅਜੇ ਕਰਨਾ ਬਾਕੀ ਹੈ। ਔਰ ਇੱਕ ਮੇਰਾ ਅਹਿਮ ਸਵਾਲ ਹਜੇ ਵੀ ਬਰਕਰਾਰ ਹੈ ਜੋ ਅੱਗੇ ਚੱਲ ਕੇ ਜ਼ਰੂਰ ਡਿਸਕਸ ਕਰਾਂਗੇ ਕਿ ਜੋ ਆਪੋਜੀਸ਼ਨ ਸਵਾਲ ਖੜਾ ਕਰ ਰਹੀ ਹੈ ਕਿ ਕਾਂਗਰਸ ਕੁਡ ਹੈਵ ਮੇਡ ਦਿਸ ਅ ਮਚ ਬਿਗਰ ਸ਼ੋ, ਭਾਰਤ ਜੋੜੋ ਨਿਆਂ ਯਾਤਰਾ ਬਹੁਤ ਬੜਾ ਬਣ ਸਕਦਾ ਸੀ ਜੇ ਕਾਂਗਰਸ ਪਾਰਟੀ ਜਿਹੜੀ ਹੈ ਆਪੋਜੀਸ਼ਨ ਲੀਡਰਸ ਨੂੰ ਨਾਲ ਬਿਠਾਉਂਦੀ, ਪ੍ਰੈਸ ਕਾਨਫਰੰਸ ਕਰਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਔਰ ਏਜੰਡਾ ਅਨਾਉਂਸ ਕਰ ਦਿੰਦੇ ਕਿ ਇਸ ਦਿਨ ਜਦ ਅਸੀਂ ਬੰਗਾਲ ਜਾ ਰਹੇ ਹਾਂ। ਹਾਂਜੀ ममता जी नाल बैठे ने साडे, ममता जी क्या होगा वहाँ बंगाल में बताइए। ममता जी दस दे जी हम स्वागत करेंगे। ममता जी नूं जे पहला शामिल कर लेंदे सारा कुछ, क्योंकि अपोजिशन हुण भी ये सवाल खड़े कर रही है कि भारत जोड़ो न्याय यात्रा है तो कांग्रेस की यात्रा है, इनू इंडिया यात्रा क्यों नहीं बनाया गया जिहड़ा साडा अलायंस का नाम है। दैट वॉज अ मास्टर स्ट्रोक बाय द ओपोजिशन। ओपोजिशन ने बड़ी कमाल की रणनीति बनाई कि इंडिया नाम रख लिया। सो हुण ये सवाल जिहड़ा है वो ओपोजिशन वालों खड़ा किया जा रहा है कि इनू ये तो भारत जोड़ो न्याय यात्रा या कांग्रेस की यात्रा इनू सारिਆਂ ਨੂੰ क्यों नहीं लिया गया। मेरा जाती तौर पर मनना है कि एक बड़ी प्रैस कॉन्फ्रेंस करके सारिਆਂ ਨੂੰ कॉन्फिडेंस लैके ਇੱਥੇ ਨੀਤੀਸ਼ ਜੀ ਬੈਠੇ ਹੁੰਦੇ ਬਿਹਾਰ ਤੋਂ, ਲਾਲੂ ਪ੍ਰਸਾਦ ਯਾਦਵ ਜੀ ਤਾਂ ਵੈਸੇ ਵੀ ਨਾਲ ਹੀ ਇਹਨਾਂ ਦੇ, ਤੇਜਸਵੀ ਯਾਦਵ ਜੀ ਬੈਠੇ ਆ ਇੱਥੇ, ਅਰਵਿੰਦ ਕੇਜਰੀਵਾਲ ਸਾਹਿਬ ਬੈਠੇ ਨੇ, ਭਗਵੰਤ ਮਾਨ ਜੀ ਬੈਠੇ ਆ, ਸ਼ਰਦ ਪਵਾਰ ਸਾਹਿਬ ਇੱਥੇ ਬੈਠੇ ਹੁੰਦੇ, ਉद्धਵ ਠਾਕਰੇ ਸਾਹਿਬ, ਸਟਾਲਿਨ, ਨੀਤੀਸ਼ ਕੁਮਾਰ ਜੀ ਦੇ ਨਾਲ ਲਾਲੂ ਪ੍ਰਸਾਦ ਯਾਦਵ ਔਰ ਇਹ ਸਾਰੇ ਬੈਠੇ ਹੁੰਦੇ, ਇੱਧਰੋਂ ਅਖਿਲੇਸ਼ ਯਾਦਵ ਜੀ ਬੈਠੇ ਹੁੰਦੇ, ਮਾਇਆਵਤੀ ਜੀ ਤਾਂ ਹਜੇ ਨਹੀਂ ਆਏ। ਇਮੈਜਿਨ ਕਰੋ ਕਿ ਸਟਰੈਂਥ ਕਿੰਨੀ ਹੋਣੀ ਸੀ। ਔਰ ਇਹ ਲਗਾਤਾਰ ਹਰ ਬੰਦਾ ਇਹ ਕਹਿੰਦਾ ਕਿ ਅਸੀਂ ਜਿਹੜੀ ਇਹ ਯਾਤਰਾ ਹੋ ਰਹੀ ਹੈ ਇਹਦੇ ਬਾਰੇ, ਔਰ ਮੈਂ ਉਸ ਆਪੋਜੀਸ਼ਨ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਰਾਦਰ ਦੈਨ ਭਾਰਤ ਜੋੜੋ ਨਿਆਂ ਯਾਤਰਾ ਦੀ ਬਜਾਏ ਇੰਡੀਆ ਅਲਾਇੰਸ ਯਾਤਰਾ ਜਾਂ ਇੰਡੀਆ ਨੂੰ ਨਾਮ ਸ਼ਾਮਿਲ ਕਰਕੇ ਇੰਡੀਆ ਅਲਾਇੰਸ ਜਾਂ ਕੁਛ ਨਾ ਕੁਛ ਕਰ ਲੈਂਦੇ, ਉਹ ਜ਼ਿਆਦਾ ਬੈਟਰ ਹੋਣਾ ਸੀ। ਔਰ ਸਾਰੇ ਜਦੋਂ ਲੀਡਰਸ ਬੈਠੇ ਹੁੰਦੇ, ਚੀਫ ਮਿਨਿਸਟਰਸ ਔਰ ਸਭ ਬੜੇ ਕੱਦ ਦੇ ਲੀਡਰਸ ਬੈਠੇ ਹੁੰਦੇ, ਤਾਂ ਫਿਰ ਉਸ ਯਾਤਰਾ ਬਾਰੇ ਹਰ ਕੋਈ ਕਹਿ ਰਿਹਾ ਹੁੰਦਾ ਔਰ ਉਹਦੀ ਪ੍ਰੈਸ ਕਾਨਫਰੰਸ ਬਹੁਤ ਬੜੀ ਹੋਣੀ ਸੀ। ਛੋਟੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ, 3 ਜਣੇ ਆਏ ਔਰ ਜੈਰਾਮ ਰਮੇਸ਼ ਜੀ ਆ, ਮਲਿਕਾਰਜੁਨ ਖਰਗੇ ਸਾਹਿਬ, बड़े लीडर्स ने, बट वो इन्फ्लुएंस नहीं बना सके, उन्होंने बैनर अपना जारी किया। सो मेरा जाती तौर पर मनना है, और इस टाइम के उत्ते समय बहुत निकलेगा राहुल गांधी जी का,
ਬਟ ਦੈਨ ਯੂ ਨੈਵਰ ਨੋ, ਹੋ ਸਕਦਾ ਹੈ ਕਿ ਉਹ ਮੋਮੈਂਟਮ ਬਿਲਡ ਕਰ ਜਾਣ। ਦੇਖਣ ਵਾਲੀ ਗੱਲ ਹੈ, ਸਾਡੀ ਨਿਗਾਹ ਵੀ ਇਸ ਯਾਤਰਾ ਦੇ ਉੱਤੇ ਬਰਕਰਾਰ ਰਹੇਗੀ। ਸੋ ਇਹ ਯਾਤਰਾ ਸ਼ੁਰੂ ਹੋ ਗਈ ਹੈ ਜੋ ਰਾਹੁਲ ਗਾਂਧੀ ਜੀ ਦੀ। ਅਸੀਂ ਡੈਫੀਨੇਟਲੀ ਤੁਹਾਨੂੰ ਹਰ ਰੋਜ਼ ਇਹਦੀ ਜਾਣਕਾਰੀ ਦਿੰਦੇ ਰਵਾਂਗੇ। ਯਾਤਰਾ ਕਿੱਥੇ ਜਾ ਰਹੀ ਹੈ, ਕਿਹੜੇ ਲੀਡਰਸ ਮਿਲ ਰਹੇ ਨੇ, ਕੀ ਕੁਝ ਹੋ ਰਿਹਾ ਹੈ, ਕਿਆ ਬੰਗਾਲ, ਬਿਕੋਜ਼ ਦੈਟਸ ਅ ਬਿਗ ਸਟੇਟ। ਮਨੀਪੁਰ ਤੇ ਮੇਰਾ ਜ਼ਿਆਦਾ ਫੋਕਸ ਨਹੀਂ ਹੈ। ਮਨੀਪੁਰ ਤੋਂ ਬਾਅਦ ਜਿਹੜੀ ਪਹਿਲੀ ਬੜੀ ਸਟੇਟ ਹੈ ਦੈਟਸ ਬੰਗਾਲ ਜਾ ਰਹੀ ਹੈ, ਫਿਰ ਬਿਹਾਰ ਜਾ ਰਹੀ ਹੈ। ਸੋ ਬੰਗਾਲ ਔਰ ਬਿਹਾਰ ਦੇ ਵਿੱਚ ਹੀ ਕੁਝ ਹੱਦ ਤੱਕ ਮਾਮਲਾ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। यूपी ਦੇ ਵਿੱਚ ਬਾਅਦ ਚ ਗੱਲ ਕਰਾਂਗੇ। ਇੰਟਰਸਟਿੰਗਲੀ यूपी ਦੇ ਵਿੱਚ ਮੈਂ ਅੱਗੇ ਚੱਲ ਕੇ ਦੱਸਾਂਗਾ ਕਿ ਕਿਹੜੀ ਜਗ੍ਹਾ ਸਭ ਤੋਂ ਜ਼ਿਆਦਾ ਟਾਈਮ ਉਹ ਕਿਸ ਜਗ੍ਹਾ ਬਿਤਾ ਰਹੇ ਨੇ, ਉਹ ਮੈਂ ਤੁਹਾਨੂੰ ਦੱਸਾਂਗਾ। ਲੇਕਿਨ ਮੈਂ यूपी ਤੋਂ ਜ਼ਿਆਦਾ ਇੰਟਰਸਟਿਡ ਹਾਂ ਪਹਿਲਾਂ ਬੰਗਾਲ ਔਰ ਬਿਹਾਰ ਦੇ ਵਿੱਚ ਕੀ ਕੁਝ ਹੁੰਦਾ ਹੈ। ਆਈ ਵਾਂਟ ਟੂ ਸੀ ਦੈਟ ਕਿ ਉੱਥੇ ਵਾਟ ਸੌਰਟ ਆਫ ਰਿਸੈਪਸ਼ਨ ਦਿਸ ਯਾਤਰਾ ਗੈਟਸ। ਕਿਆ ਮਮਤਾ ਜੀ ਹਾਰ ਲੈ ਕੇ ਖੜੇ ਹੋਣਗੇ, ਕਿਆ ਉਹ ਯਾਤਰਾ ਸ਼ਾਮਿਲ ਹੋਣਗੇ। ਹਾਲਾਂਕਿ ਸਾਨੂੰ ਕੁਝ ਕਾਂਗਰਸ ਲੀਡਰਸ ਕਹਿ ਰਹੇ ਨੇ ਜੀ ਬਿਲਕੁਲ ਜੀ ਉਹ ਸਾਰੇ ਸ਼ਾਮਿਲ ਹੋ ਰਹੇ ਨੇ, ਬਟ ਉਹ ਦੇਖਣ ਵਾਲੀ ਗੱਲ ਹੋਏਗੀ ਕਿ ਬੜੀਆਂ ਸਟੇਟਸ ਦੇ ਵਿੱਚ ਸਪੈਸ਼ਲੀ ਬੰਗਾਲ ਬਿਹਾਰ 'ਚ ਕੀ ਹੁੰਦਾ ਹੈ, ਦੈਨ ਉੱਤਰ ਪ੍ਰਦੇਸ਼ ਕੀ ਹੁੰਦਾ ਹੈ, ਦੈਨ ਆਫ ਕੋਰਸ ਬਾਕੀ ਸਾਰੀਆਂ ਸਟੇਟਸ ਵੀ। ਔਰ ਕਿਆ ਬੰਗਾਲ ਬਿਹਾਰ ਉੱਤਰ ਪ੍ਰਦੇਸ਼ ਤੋਂ ਇਲਾਵਾ ਬਾਈ ਦ ਟਾਈਮ ਇਹ ਯਾਤਰਾ ਫਿਨਿਸ਼ ਹੁੰਦੀ ਹੈ ਮਹਾਰਾਸ਼ਟਰ, ਕਿਸ ਤਰ੍ਹਾਂ ਦਾ ਮੋਮੈਂਟਮ ਹੁੰਦਾ। ਬਟ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਕਾਫੀ ਸਮੇਂ ਜਿਹੜਾ ਹੈਗਾ ਰਾਹੁਲ ਗਾਂਧੀ ਜੀ ਦਾ ਇਸ ਯਾਤਰਾ 'ਚ ਨਿਕਲ ਜਾਏਗਾ। ਰਿਸੋਰਸਿਸ ਲੱਗਣਗੇ, ਟੌਪ ਲੀਡਰਸ਼ਿਪ, ਕਿਉਂਕਿ ਰਾਹੁਲ ਗਾਂਧੀ ਜੀ ਦੇ ਨਾਲ ਟੌਪ ਲੀਡਰਸ਼ਿਪ ਦਾ ਧਿਆਨ ਵੀ ਹੋਏਗਾ ਕਿ ਯਾਤਰਾ ਨੂੰ ਅਸੀਂ ਸਕਸੈਸਫੁਲ ਬਣਾਉਣਾ ਹੈ, ਔਰ ਉਹ ਚਾਹਣਗੇ ਕਿ ਮੀਡੀਆ ਦਾ ਫੋਕਸ ਇਸ ਯਾਤਰਾ ਦੇ ਉੱਤੇ ਰਹੇ। ਸੋ ਇਹ ਜਿਹੜੀ ਲੰਬੀ ਯਾਤਰਾ ਹੈ, ਇਹਦੇ ਵਿੱਚ ਜਨਵਰੀ ਨਿਕਲ ਗਿਆ, ਫੈਬਰਰੀ ਨਿਕਲ ਗਿਆ, ਮਾਰਚ ਵੀ ਆਲਮੋਸਟ ਇਹਦੇ 'ਚ ਨਿਕਲ ਜਾਣਾ ਹੈ, ਔਰ ਅਪ੍ਰੈਲ ਔਰ ਮਈ ਦੇ ਵਿੱਚ ਇਲੈਕਸ਼ਨਸ ਹੈਗੇ ਨੇ। ਸੋ ਕੀ ਇਹ ਯਾਤਰਾ ਫਾਇਦੇ ਹੋਏਗੀ, ਨਹੀਂ ਹੋਏਗੀ, ਮੇਰਾ ਜ਼ਾਤੀ ਤੌਰ ਤੇ ਇਸ ਵੇਲੇ ਮੰਨਣਾ ਹੈ। ਔਰ ਮੈਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਇਸ ਲਈ ਅਸੀਂ ਨਾਮ ਰੱਖਿਆ ਹੈ ਕਿ ਜੋ ਕੁਝ ਐਕਟੀਵਿਟੀ ਹੋਈ ਹੈ ਉਹਦੇ ਮੁਤਾਬਿਕ ਸੈਂਸੈਕਸ ਕਿਹਦਾ ਉੱਪਰ ਜਾ ਰਿਹਾ, ਕਿਹਦਾ ਥੱਲੇ ਜਾ ਰਿਹਾ ਹੈ। ਐਟ ਪ੍ਰੈਜ਼ੈਂਟ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਸੈਂਸੈਕਸ ਜਿਹੜਾ ਉਹ ਥੋੜਾ ਜਿਹਾ ਥੱਲੇ ਜਾਏਗਾ। 30% ਚਾਂਸਸ ਨੇ ਕਿ ਇਸ ਯਾਤਰਾ ਦਾ ਬਹੁਤ ਬੜਾ ਬੈਨੀਫਿਟ ਇਲੈਕਸ਼ਨਸ ਨੂੰ ਹੋਏਗਾ। ਮੈਨੂੰ ਲੱਗਦਾ ਹੈ ਕਿ 70% ਚਾਂਸਸ ਨੇ ਕਿ ਇਸ ਯਾਤਰਾ ਦਾ ਕਿਤੇ ਨੁਕਸਾਨ ਨਾ ਹੋ ਜਾਏ, ਬਟ ਦੈਨ ਵੀਲ ਬ੍ਰਿੰਗ ਦ ਸੈਂਸੈਕਸ ਅਪ। ਔਰ ਉਹਦਾ ਇੱਕ ਇੰਪੋਰਟੈਂਟ ਇੰਡੀਕੇਟਰ ਸੈਂਸੈਕਸ ਅਪ ਜਾਂਦਾ ਇਹ ਹੋਏਗਾ ਕਿ ਜੇ ਸਟੇਟਸ ਦੇ ਵਿੱਚ ਜਿਹੜੇ ਸਟੇਟ ਲੀਡਰਸ ਨੇ, ਅਖਿਲੇਸ਼ ਯਾਦਵ ਜੀ he welcomes Rahul Gandhi ji with the red carpet ke here we are sir, warm welcome. Mamta ji, she is there with the garland, हार लेके खड़े ने, आओ जी राहुल जी स्वागत है आपका। बंगाल में बिहार दे विच तेजस्वी यादव साहब, लालू जी हम भी आए हैं, नीतीश जी भी आ रहे ने, सारे बंदे इकट्ठे हो रहे ने। त्यागी साहब ਜਿਹੜੇ ਅੱਜਕੱਲ ਬੜਾ ਇਹਨਾਂ ਦੇ ਖਿਲਾਫ ਬੋਲ ਰਹੇ ਨੇ ਉਹ ਸਭ ਇਕੱਠੇ ਹੋਏ ਹੁੰਦੇ ਨੇ। ਇਹਦਾ ਇੱਕ ਬਹੁਤ ਬੜਾ ਫਰਕ ਪੜ ਜਾਏਗਾ। ਸੋ ਮੈਂ ਸਮਝਦਾ ਕਿ ਜੇ ਮੋਮੈਂਟਮ ਬਿਲਡਅਪ ਸ਼ੁਰੂ ਹੋਣਾ ਹੋ ਗਿਆ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ भारत जोड़ो न्याय यात्रा का ग्राफ जो मैं समझदा कि 30% फायदा हो रहा है, वो 40, 50, 60, 70 इस तरह शूट अप करना स्टार्ट कर देगा। और दूसरी तरफ जिथे तक बीजेपी की रणनीति असी देखांगे कि किन्ना ज़्यादा मोमेंटम बिल्ड कर पाते हैं वो जी हुण मंदिर की गल हो रही है। सो बीजेपी किन्ना मोमेंटम वो बिल्ड कर पाएगी, किन्ने लोग आते हैं, की कुछ एक्टिविटीज़ उत्ते होंदियां ने, एंड हाउ द बिल्डअप। ये 22 जनवरी तो बाद 26 जनवरी और असी सारे जानते कि 26 जनवरी की परेड और सारा कुछ, और उस तो बाद उन्होंने मोमेंटम को क्या वो बरकरार रख पाते हैं या होर कोई मुद्दे घेर लेंदे ने उन्होंने। और 13 और 14 जनवरी UAE की यात्रा वो बड़ी अहम मनी जा रही है। सो ये सारिया चीज़ों के उत्ते साडी निगाह लगातार बरकरार है। और अज एक बार फिर समय आ गया है कि असी वाई मीडिया पोलीटिकल सेंसैक्स के विच असी नंबर जरूर मैं अपने दिना होना है कि किहड़ी पार्टी इस वेले अगे चल रही है। सो अज के नंबर्स भी मैं तुहाडे नाल जारी करन जा रहा है। सैकेंड वीक हो गया, फर्स्ट वीक जनवरी असी नंबर्स दे चुके थे, सैकेंड वीक में फिर दोबारा नंबर्स देवांगा। वाई मीडिया पोलीटिकल सेंसैक्स कौन अगे है, हू इज़ लीडिंग। सो इस सवाल में हुणे एड्रैस कर देना है, और हर वीक असी एक बार नंबर दिन्ने हैं। और जिहड़े साडे नंबर हुंदे ने कि किहड़ा कौन लीड कर रहा है, बहुत सारियां असी इनपुट्स लैंदे हैं। लोकल ਜਿਹੜੇ पत्रकार ने वो की लिखते हैं ਵੱਖ-ਵੱਖ अखबारों वो असी पढ़ते हैं, डिफरेंट पोल सर्वेज ਨੂੰ ਅਸੀਂ एनालाइज करते हैं, जो ईवेंट्स रीसेंटली होए उन्होंने एनालाइज करते हैं, पिछलियां सारियां इलैक्शनस असी स्टडी करते हैं कि 2019 की होया, 2014 की होया। जो हुण गुजरात दे विच 26 2014 क्लीन स्वीप, 2019-26 क्लीन स्वीप, दिल्ली दे विच क्लीन स्वीप, लेकिन इस बार अलायंसिस वक्रे होणगे तो असर होएगा कि नहीं होएगा, सारी फैक्टर्स फिर असी कंसिडर करके तुहाडे शेयर करते हैं। उत्तर प्रदेश दे विच 10 सीटां का ड्रॉप होया 2014 तो 2019, 10 सीट्स रिड्यूस्ड। क्या वो दोबारा होर ड्रॉप होएगा कि ऊपर जाएगा? पोल सर्वे तो इहनूं ऊपर दिखा रहे हैं। बंगाल दे विच 42 दे विचों 18 सीटां जित्तियां ने, दे वन 18 सीट्स विच इज़ रिमार्केबल। और मैं नाल दी नाल भी जरूर दसवां कि साडी कोशिश हुंदी है कि असैंबली इलैक्शनस, हालांकि लोक सभा की इलैक्शनस डिफरेंट ने, पर बंगाल दे विच इलैक्शनस विच 3 सीटां तो सीधा 74 तक पहुँचना दैट वाज क्वाइट रिमार्केबल। लेकिन उन्हों का आइडिया सी कि असीं 100 का आंकड़ा पार कर जाएंगे, वो नहीं होया। सो उन्होंने भी फैक्टर जरूर कंसिडर करना पएगा। और लोकल असैंबली इलैक्शनस असीं जरूर देखते हैं, बट वी अंडरस्टैंड कि असैंबली इलैक्शनस का
ਅਸਰ ਕੁਝ ਹੈ ਨਹੀਂ ਹੈ, ਪੂਰੀ ਤਰ੍ਹਾਂ ਨਹੀਂ ਉਹ ਸਾਰਾ ਅਸਰ ਪਾਉਂਦਾ। ਬਹੁਤ ਵਾਰ ਅਸੀਂ ਦੇਖਿਆ ਹੈ, ਜਿਸ ਤਰ੍ਹਾਂ ਦਿੱਲੀ ਪ੍ਰਾਈਮ ਐਗਜ਼ਾਮਪਲ ਹੈ ਕਿ ਲਗਾਤਾਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਜਿੱਤ ਰਹੀ ਹੈਗੀ ਹੈ ਸਟੇਟ ਲੈਵਲ ਦੇ ਉੱਤੇ, ਬਟ ਜੇ ਅਸੀਂ ਲੋਕ ਸਭਾ ਦੀ ਗੱਲ ਕਰੀਏ ਕਲੀਨ ਸਵੀਪ ਦੋਨੋਂ ਵਾਰ ਬੀਜੇਪੀ ਦਾ ਰਿਹਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅਲਾਇੰਸ ਦੀ ਵੀ ਚਰਚਾ ਕਰਾਂਗੇ। ਕभी हाँ कभी ना वाली स्थिति है कांग्रेस और आम आदमी पार्टी ਦੇ ਅਲਾਇੰਸ ਦੀ। ਔਰ ਬਾਕੀ ਸਟੇਟਸ ਦੇ ਵਿੱਚ ਕਾਂਗਰਸ ਪਾਰਟੀ ਜਿੰਨੀਆਂ ਸੀਟਾਂ ਮੰਗ ਰਹੀ ਹੈ, ਬਾਕੀ ਜਿਹੜੀਆਂ ਅਲਾਇੰਸ ਪਾਰਟਨਰਸ ਨੇ ਉਹ ਸ਼ਾਇਦ ਉਨੀਆਂ ਸੀਟਾਂ ਦੇਣ ਲਈ ਉਹਨਾਂ ਨੂੰ ਤਿਆਰ ਨਜ਼ਰ ਨਹੀਂ ਆ ਰਹੇ। ਕਿਉਂਕਿ ਜੇ ਬਿਹਾਰ 'ਚ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ ਤੇ ਕਾਂਗਰਸ ਅੱਜ ਜੇ ਇਹ ਦਾਅਵਾ ਕਰ ਰਹੀ ਹੈ, ਕਿਉਂਕਿ ਪਿਛਲੀ ਵਾਰ ਇੱਕ ਸੀਟ ਜਿੱਤੀ ਸੀ, ਅੱਜ ਉਹ ਕਹਿੰਦੇ ਸਾਨੂੰ 10 ਦਿਓ, ਕਿਉਂਕਿ ਉਹ 10 ਦੇਣਗੇ। ਉਹਨਾਂ ਨੂੰ ਪਤਾ ਹੈ ਕਿ 10 ਨਹੀਂ ਤਾਂ ਚਲੋ 4-5 ਦਈਏ, ਲੇਕਿਨ ਇਸ ਗੱਲ ਦਾ ਅੰਦਾਜ਼ਾ ਹੈ ਆਰਜੇਡੀ ਨੂੰ, ਲਾਲੂ ਪ੍ਰਸਾਦ ਯਾਦਵ ਨੂੰ। ਕਿਉਂ? ਉਹ ਵੀ ਦੱਸ ਦਿੰਦੇ ਆ। ਪਿਛਲੀਆਂ ਸਟੇਟ ਇਲੈਕਸ਼ਨ 'ਚ ਜੇ ਆਰਜੇਡੀ ਸਾਰੀਆਂ ਸੀਟਾਂ ਤੇ ਆਪਣੇ ਆਪ ਲੜਦੀ ਤੇ ਕਲੀਅਰ ਮੈਜੋਰਟੀ ਤੱਕ ਦੇ ਨੇੜੇ ਤੇੜੇ ਪਹੁੰਚ ਜਾਂਦੇ ਔਰ ਸ਼ਾਇਦ ਤੇਜਸਵੀ ਯਾਦਵ ਅੱਜ ਚੀਫ ਮਿਨਿਸਟਰ ਹੁੰਦੇ। ਪਰ ਜਿਹੜੀਆਂ ਕਾਂਗਰਸ ਨੂੰ ਸੀਟਾਂ ਦਿੱਤੀਆਂ, ਜ਼ਿਆਦਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਲੋਕ ਸਭਾ 'ਚ ਵੀ ਇਸੇ ਤਰ੍ਹਾਂ ਹੋਇਆ। ਲੋਕ ਸਭਾ ਦੇ ਵਿੱਚ ਵੀ ਕਾਂਗਰਸ ਨੂੰ ਸਿਰਫ ਇੱਕ ਸੀਟ ਮਿਲੀ ਔਰ ਇਧਰੋਂ 39 ਸੀਟਸ ਜਿਹੜਾ ਅਲਾਇੰਸ ਹੈ ਉਹ ਲਗਭਗ ਕਲੀਨ ਸਵੀਪ ਕਰ ਗਿਆ। ਨੋ ਡਾਊਟ ਇਹਦੇ ਵਿੱਚ ਪਾਸਵਾਨ ਸਾਹਿਬ ਦਾ ਵੀ, ਐਲਜੇਪੀ ਜੂਨੀਅਰ ਪਾਸਵਾਨ ਸਾਹਿਬ, ਰਾਮ ਵਿਲਾਸ ਪਾਸਵਾਨ ਸਾਹਿਬ ਤੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਪਰ ਜੂਨੀਅਰ ਪਾਸਵਾਨ ਸਾਹਿਬ ਕੀ ਕਰਦੇ ਨੇ? ਐਲਜੇਪੀ ਨੇ ਵੀ 6 ਸੀਟਾਂ ਜਿੱਤੀਆਂ ਸੀ, ਨਿਤੀਸ਼ ਬਾਬੂ ਵੀ ਇਹਨਾਂ ਦੇ ਨਾਲ ਸੀਗੀ, ਬੀਜੇਪੀ ਨੇ ਵੀ ਆਪਣੀਆਂ ਸੀਟਾਂ ਜਿੱਤੀਆਂ, ਬਟ 40 ਦੇ ਵਿੱਚੋਂ 39 ਜਿੱਤੀਆਂ ਸੀ। ਸੋ ਇਸ ਵਾਰ ਕਾਂਗਰਸ ਜਿੰਨੀ ਬਿਹਾਰ ਦੇ ਵਿੱਚ ਉਹ ਡਿਮਾਂਡ ਕਰ ਰਹੀ ਹੈ, ਉਹ ਕਹਿੰਦੇ ਜੀ ਪਿਛਲੀ ਵਾਰ ਇੱਕ ਸੀਟ ਜਿੱਤੀ ਸੀ ਤੁਸੀਂ। ਜੋ ਪ੍ਰਦਰਸ਼ਨ ਕਾਂਗਰਸ ਦਾ ਬੰਗਾਲ ਦੇ ਵਿੱਚ ਹੋਇਆ, ਉਹ ਕਹਿੰਦੇ ਜੀ ਕਿੱਦਾਂ ਤੁਹਾਨੂੰ 5 ਸੀਟਾਂ ਦੇ ਦਈਏ। ਔਰ ਲੈਫਟ ਫਰੰਟ ਨੂੰ ਵੀ ਉਹ ਕਹਿੰਦੇ ਜੀ ਸ਼ਾਮਿਲ ਕਰੋ। ਕਹਿੰਦੇ ਲੈਫਟ ਫਰੰਟ ਨੇ ਤਾਂ ਬੰਗਾਲ 'ਚ ਸੀਟ ਹੀ ਕੋਈ ਨਹੀਂ ਸੀ ਜਿੱਤੀ ਪਿਛਲੀ ਵਾਰ, ਉਹਨਾਂ ਨੂੰ ਅਲਾਇੰਸ ਦੇ ਵਿੱਚ ਲਿਆਣਾ ਨਾ ਲਿਆਣਾ ਮਮਤਾ ਜੀ ਬਿਲਕੁਲ ਤਿਆਰ ਨਹੀਂ। ਔਰ ਲੈਫਟ ਫਰੰਟ ਵੀ ਕਹਿ ਰਿਹਾ ਕਿ ਅਸੀਂ ਮਮਤਾ ਜੀ ਦੇ ਨਾਲ ਅਲਾਇੰਸ ਨਹੀਂ ਕਰਨਾ। ਉੱਤਰ ਪ੍ਰਦੇਸ਼ ਦੇ ਵਿੱਚ ਬੜੀ ਦੇਰ ਤੋਂ ਕਾਂਗਰਸ ਹੁਣ ਸਿੰਗਲ ਡਿਜਿਟ 'ਚ ਹੀ ਸਿਮਟ ਜਾਂਦੀ ਹੈ, ਕਦੇ ਇੱਕ ਸੀਟ ਹੀ ਰਹਿ ਗਈ, ਕਦੇ ਕੁਛ ਸਿੰਗਲ ਡਿਜਿਟ। ਸੋ ਉੱਤਰ ਪ੍ਰਦੇਸ਼ ਦੇ ਵਿੱਚ ਵੀ ਉਹ ਕਹਿੰਦੇ ਜੀ ਕਿੱਦਾਂ ਤੁਹਾਨੂੰ ਅਸੀਂ 20 ਸੀਟਾਂ ਦੀ ਗੱਲ ਤੋਂ ਸ਼ੁਰੂ ਹੋਈ ਹੈ, ਕਦੇ 15-10। ਅਖਿਲੇਸ਼ ਯਾਦਵ ਸਾਹਿਬ ਤੇ 80 ਤੇ 80 ਸੀਟਾਂ ਤੇ ਲੜਨਾ ਚਾਹੁੰਦੇ ਨੇ। ਕਿਆ ਇਸੇ ਕਾਰਨ ਉਹਨਾਂ ਨੇ ਲੇਟੈਸਟ ਮੀਟਿੰਗ ਸਕਿਪ ਕੀਤੀ ਹੈ ਜਾਂ 2 ਕਾਰਨ ਹੋਰ ਵੀ ਸਾਹਮਣੇ ਆ ਰਹੇ ਨੇ, ਉਹ ਵੀ ਤੁਹਾਡੇ ਨਾਲ ਜ਼ਰੂਰ ਜ਼ਿਕਰ ਕਰਦੇ ਹਾਂ। ਸੋ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਚੈਲੰਜ ਆ। ਦਿੱਲੀ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਹੈ ਕਦੇ ਹਾਂ ਕਦੇ ਨਾ ਵਾਲੀ ਸਥਿਤੀ 'ਚ ਉੱਥੇ ਮਾਮਲਾ ਰੁਕਿਆ ਹੋਇਆ। ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੂੰ ਕੋਈ ਸੀਟਾਂ ਜ਼ਰੂਰ ਦਿੱਤੀਆਂ ਜਾਣ, ਕਿਉਂਕਿ ਉਹਨਾਂ ਨੇ ਸੌਰਾਸ਼ਟਰ ਦੇ ਵਿੱਚ ਬੜਾ ਹੋਲਡ ਹੈ। ਗੁਜਰਾਤ ਦੇ ਵਿੱਚ ਸੌਰਾਸ਼ਟਰ ਏਰੀਆ 'ਚ ਉਹ ਕਹਿੰਦੇ ਸਾਡਾ ਬੜਾ ਹੋਲਡ ਹੈ ਔਰ ਅਸੀਂ, ਤੁਸੀਂ ਦੇਖੋ ਵਧੀਆ ਪ੍ਰਦਰਸ਼ਨ ਕੀਤਾ ਅਸੈਂਬਲੀ ਇਲੈਕਸ਼ਨ 'ਚ। ਔਰ ਕਾਂਗਰਸ ਦਾ ਆਪਣਾ ਪ੍ਰਦਰਸ਼ਨ ਦੇਖੋ, ਉਹ ਕਹਿੰਦੇ 99 ਸੀਟਸ ਤੇ ਸੀਗੇ ਤੁਸੀਂ ਪਿਛਲੀ ਵਾਰ, ਹੁਣ ਤੁਹਾਡੇ ਕੋਲੋਂ 20 ਸੀਟਾਂ ਨਹੀਂ ਜਿੱਤ ਹੋਈਆਂ। ਕਿਆ ਜ਼ਬਰਦਸਤ ਕਲੀਨ ਸਵੀਪ ਬੀਜੇਪੀ ਨੇ ਕੀਤਾ ਹੈ। ਸੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਸਾਡੀ ਵੀ ਉੱਥੇ ਜਗ੍ਹਾ ਬਣੇ ਔਰ ਕੈਂਡੀਡੇਟ ਦਾ ਨਾਮ ਵੀ ਅਨਾਉਂਸ ਕਰ ਦਿੱਤਾ ਹੈਗਾ ਆਮ ਆਦਮੀ ਪਾਰਟੀ ਨੇ। ਸੋ ਇਹ ਸਾਰੇ ਹਾਲਾਤ ਬਣ ਰਹੇ ਨੇ ਇਸ ਸਮੇਂ। ਸੋ ਅੱਜ ਦਾ ਜਿਹੜਾ ਸਾਡਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਹੈ, ਅਸੀਂ ਇਹ ਕਹਿ ਰਹੇ ਹੈਗੇ ਕਿ ਅੱਜ ਦੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਬੀਜੇਪੀ ਨੂੰ ਜਿਹੜੇ ਅਸੀਂ ਸੀਟਸ ਦੇ ਰਹੇ ਹਾਂ, ਜੋ ਅੱਜ ਦੀ ਮੈਂ ਨੰਬਰਸ ਕੈਲਕੂਲੇਟ ਕਰ ਰਿਹਾ, ਉਹਦੇ ਮੁਤਾਬਿਕ 260 ਤੋਂ ਲੈ ਕੇ 280 ਦੇ ਵਿੱਚ ਅਸੀਂ ਬੀਜੇਪੀ ਨੂੰ ਦੇ ਰਹੇ ਹਾਂ। 260 ਤੋਂ 280 ਸੀਟਾਂ ਬੀਜੇਪੀ ਦੀਆਂ ਅੱਜ ਦੇ ਸਾਡੇ ਕੈਲਕੂਲੇਸ਼ਨ ਦੇ ਮੁਤਾਬਿਕ ਬਣ ਰਹੀਆਂ ਹੈਗੀਆਂ। ਔਰ ਜੇ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਕਿਤੇ ਨਾ ਕਿਤੇ ਮੈਂ 80 ਤੋਂ 100 ਸੀਟਾਂ ਦੇ ਰਿਹਾ। ਹਾਲਾਂਕਿ ਮੈਂ ਬਹੁਤ ਵਾਰ ਮੈਂ ਪਹਿਲਾਂ 70 ਤੋਂ 90 ਦੀ ਗੱਲ ਕਰਦਾ ਰਿਹਾ, ਲੇਕਿਨ ਅੱਜ ਮੈਂ 80 ਤੋਂ 100 ਦੇ ਰਿਹਾ, ਕਿਉਂਕਿ ਜੇ ਅਲਾਇੰਸ ਹੁਣ ਕਾਫੀ ਬਣਦੇ ਨਜ਼ਰ ਆ ਰਹੇ ਨੇ, ਉਹਦੀ ਬਦੌਲਤ ਹੀ ਕਾਂਗਰਸ ਨੂੰ ਅਸੀਂ 80 ਤੋਂ 100 ਸੀਟਾਂ ਦੇ ਰਹੇ ਹਾਂ। ਇੰਡੀਆ ਅਲਾਇੰਸ ਹੈ ਕਿ ਕਾਂਗਰਸ ਹੈ? ਕਾਂਗਰਸ ਦੀ ਮੈਂ ਗੱਲ ਕਰ ਰਿਹਾ, ਕਾਂਗਰਸ ਪਾਰਟੀ ਨੂੰ ਇਕੱਲੇ ਦੇ ਰਿਹਾ ਜੀ ਮੈਨੇ 80 ਤੋਂ 100। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦੇਵਾਂ ਕਿ ਕਾਂਗਰਸ ਲਈ ਹਾਲਾਂਕਿ ਮੈਂ ਸੀਟਸ ਦੇਖੀਆਂ ਵੀ ਹੈ ਕਿ ਕਿਹੜੀ ਜਗ੍ਹਾ ਤੋਂ ਕਾਂਗਰਸ ਨੂੰ ਸੀਟਸ ਨਿਕਲਣਗੀਆਂ ਕਿਉਂਕਿ ਔਰ ਬੀਜੇਪੀ ਕਿੱਥੋਂ ਥੱਲੇ ਜਾ ਕਾਂਗਰਸ, ਕਿਉਂਕਿ ਬੀਜੇਪੀ ਜਿਹੜੀ ਹੈ ਪਿਛਲੀ ਵਾਰ ਉਹ 300 ਦਾ ਅੰਕੜਾ ਪਾਰ ਕਰ ਗਈ ਸੀ। ਇਸ ਵਾਰ ਜੋ ਮੈਂ ਦੇਖ ਰਿਹਾ ਮਹਾਰਾਸ਼ਟਰ ਦੇ ਵਿੱਚ ਸਾਰਾ ਕੁਝ ਆਪੋਜੀਸ਼ਨ ਸਾਈਡ ਤੇ ਹੈ। शिव सेना भी एक तरफ हो गई, ठीक है जी, शिव सेना का अपना होल्ड है, चाहे शिंदे साहब इधर आ चुके हैं बट शिव सेना का अपना होल्ड है। 16 के विचों 13 शिंदे ग्रुप ना आ गए हैं, ठीक है, लेकिन होल्ड हजे भी है शिव सेना का। एनसीपी भी उन्होंने नाल जुड़ गई है, कांग्रेस तो पहले ही नाल सीगी। फिर मैं बिहार की जो गल कर रहा, नीतीश कुमार साहब आरजेडी और कांग्रेस के तिनों के इकट्ठे होने दे नाल बिहार दे विच भी बीजेपी लिए चैलेंजिंग होएगा, ठीक है, बिहार दे विच भी, ठीक है। तो इस मैं बीजेपी की हजे गल कर रहा, ठीक है। और बंगाल दे विच ममता जी ने ऑलमोस्ट अपने आप को बहुत स्ट्रोंगली इस्टैबलिश कर लिया और ममता जी का फोकस बहुत स्ट्रोंग है बंगाल दे विच। ममता बनर्जी जी शी वर्क्स वेरी वेरी हार्ड इन बंगाल, तां ही तुसीं देखो 100 सीटां भी नहीं आन दित्तियां, 74 सीटां सीगियां इन्हां दी असैंबली दे विच। सो इस बार वो डेफिनेटली अपनी टैली वधाना चाहणगे क्योंकि हर पार्टी ये चंगी तरह जानदी है। अखिलेश विल वर्क वेरी हार्ड। अखिलेश यादव होना दियां 5 सीटां सीगियां पिछली बार, मायावती जी दियां 10 सीगियां। सो अखिलेश यादव भी 5 सीटां तो कोशिश करेंगे जिन्ना ज़्यादा अगे जा सकिए, ठीक है। एंड ऑल दिस कुड
ਚੇਂਜ ਦ ਡਾਇਨਾਮਿਕਸ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ 18-19% ਵੋਟ ਸ਼ੇਅਰ ਮਾਇਆਵਤੀ ਜੀ ਦਾ 18-19% ਦੇ 17-18 ਦੇ ਆਸ-ਪਾਸ ਐਸਪੀ ਦਾ ਵੀ ਹੈਗਾ। ਕਾਂਗਰਸ ਦਾ ਵੋਟ ਸ਼ੇਅਰ 4-5% ਹੈ। ਕਾਂਗਰਸ ਮੈਨੂੰ ਪਤਾ ਜ਼ਿਆਦਾ ਇਫੈਕਟਿਵ, ਬਟ ਇਕੱਠੇ ਹੋ ਕੇ ਜੇ ਇਕੱਠੇ ਹੁੰਦੇ ਮਹਾਗਠਬੰਧਨ ਨੇ ਪਹਿਲਾਂ ਬਹੁਤ ਜ਼ਿਆਦਾ, ਔਰ ਮਹਾਗਠਬੰਧਨ ਇਹਨਾਂ ਕਾਰਨ ਹੀ ਨਾਮ ਆਇਆ ਸੀ, ਵਰਨਾ ਪਹਿਲਾਂ ਮਹਾਗਠਬੰਧਨ ਦਾ ਨਾਮ ਅਸੀਂ ਜ਼ਿਆਦਾ ਸੁਣਿਆ ਨਹੀਂ ਸੀਗਾ, ਠੀਕ ਹੈ। ਲੇਕਿਨ ਮੈਂ ਸਮਝਦਾ ਕਿ ਜਿਹੜਾ ਮਹਾਗਠਬੰਧਨ ਜੇ ਬਣਦਾ ਹੈ, ਇੱਕ ਤਰ੍ਹਾਂ ਦਾ ਮਹਾਗਠਬੰਧਨ ਮਹਾਰਾਸ਼ਟਰ 'ਚ, ਮਹਾਗਠਬੰਧਨ ਬਿਹਾਰ 'ਚ, ਮੈਨੂੰ ਸਭ ਜਗ੍ਹਾ ਮਹਾਗਠਬੰਧਨ ਕਹਾਂਗਾ ਜੇ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ। ਮਹਾਗਠਬੰਧਨ ਮਹਾਰਾਸ਼ਟਰ 'ਚ, ਮਹਾਗਠਬੰਧਨ ਬਿਹਾਰ 'ਚ ਔਰ ਮਹਾਗਠਬੰਧਨ ਯੂਪੀ 'ਚ। ਬੰਗਾਲ 'ਚ ਮੈਨੂੰ ਮਹਾਗਠਬੰਧਨ ਕਹਿ ਵੀ ਸਕਦੇ ਹੋ, ਪਰ ਲੈਫਟ ਮਮਤਾ ਜੀ ਨੇ ਇਕੱਠੇ ਆਣਾ ਨਹੀਂ ਹੈ। ਔਰ ਲੈਫਟ ਫਰੰਟ ਦੀ ਇੱਕ ਹੋਰ ਪ੍ਰੋਬਲਮ ਹੈ, ਬੰਗਾਲ ਦੇ ਵਿੱਚ ਉਹ ਬਿਲਕੁਲ ਕਾਂਗਰਸ ਦੇ ਨਾਲ ਇਕੱਠੇ ਆਣਾ ਚਾਹੁੰਦੇ ਨੇ, ਲੈਫਟ ਫਰੰਟ ਖੁਦ ਆਣਾ ਚਾਹੁੰਦਾ ਹੈ। ਬਟ ਕੇਰਲਾ ਦੀ ਗੱਲ ਕਰੀਏ, 20 ਸੀਟਾਂ ਨੇ ਕੇਰਲਾ ਦੇ ਵਿੱਚ। ਕੇਰਲਾ ਦੇ ਵਿੱਚ ਹਮੇਸ਼ਾ ਇਦਾਂ ਹੁੰਦਾ ਹੈਗਾ ਕਿ ਇੱਕ ਵਾਰ LDF ਆਉਂਦਾ, ਇੱਕ ਵਾਰ UDF ਹੈ। UDF ਫਰੰਟ ਜਿਹੜਾ ਹੈ ਉਹ ਲੈਡ ਬਾਈ ਕਾਂਗਰਸ ਆ, ਔਰ LDF ਜਿਹੜਾ ਲੈਫਟ ਫਰੰਟ ਉਹਨੂੰ ਲੀਡ ਕਰਦਾ ਹੈ। ਲੇਕਿਨ ਅਸੈਂਬਲੀ ਇਲੈਕਸ਼ਨ ਜਿਹੜੀਆਂ ਕੇਰਲਾ ਦੇ ਵਿੱਚ ਹੋਈਆਂ, ਦੁਬਾਰਾ ਤੋਂ ਦੂਸਰੀ ਵਾਰ LDF ਆ ਗਿਆ ਲਗਾਤਾਰ। ਸੋ ਜਿੱਥੇ ਕੇਰਲਾ ਦੀ ਗੱਲ ਕਰੀਏ, ਜੋ ਸਥਿਤੀ ਪੰਜਾਬ 'ਚ ਹੈ ਕਿ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਆਈ ਹੈ ਐਟ ਦ ਐਕਸਪੈਂਸ ਆਫ ਕਾਂਗਰਸ। ਸੋ ਕਾਂਗਰਸ ਆਪੋਜੀਸ਼ਨ 'ਚ ਹੈ, ਰੂਲਿੰਗ ਪਾਰਟੀ ਆਪ ਹੈ, ਉਹਨਾਂ ਨਾਲ ਅਲਾਇੰਸ ਕਿੱਦਾਂ ਹੋ ਜਾਏ? ਵਰਨਾ ਪੰਜਾਬ ਦੇ ਵਿੱਚ ਜੇ ਤੁਸੀਂ ਅਲਾਇੰਸ ਕਰ ਲੈਂਦੇ ਹੋ ਤਾਂ ਫਿਰ ਅੱਜ ਤੇ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਉਹ ਕੱਟਰ ਇਮਾਨਦਾਰ ਨੇ ਔਰ ਕਾਂਗਰਸ ਵਾਲਿਆਂ ਨੇ ਸਾਰੀਆਂ, ਦੇਖੋ ਕਾਂਗਰਸ ਦੀ ਕਰਪਸ਼ਨ ਗਿਣਾ ਕੇ ਤਾਂ ਆਮ ਆਦਮੀ ਪਾਰਟੀ ਪਾਵਰ ਚਾਹੀਏ ਪੰਜਾਬ ਦੇ ਵਿੱਚ ਕਿ ਕਾਂਗਰਸ ਇੱਧਰ ਕਰਪਟ ਆ, ਅਸੀਂ ਕੱਟਰ ਇਮਾਨਦਾਰ ਹੈ। ਹੁਣ ਕਾਂਗਰਸ ਦੀ ਕਰਪਸ਼ਨ ਨੂੰ ਗਿਣਾ ਕੇ ਆਮ ਆਦਮੀ ਪਾਰਟੀ ਜਿਹੜੀ ਪਾਵਰ ਚਾਹੀਏ, ਕੱਲ ਨੂੰ ਅਲਾਇੰਸ ਕਿੱਦਾਂ ਕਰ ਲਏ? ਇਸੇ ਤਰ੍ਹਾਂ ਕੇਰਲਾ ਦੇ ਵਿੱਚ ਜਿਹੜਾ ਲੈਫਟ ਫਰੰਟ ਹੈ ਉਹ ਆਪੋਜੀਸ਼ਨ 'ਚ ਹੈ ਔਰ ਲਗਾਤਾਰ ਦੂਸਰੀ ਵਾਰ ਆਏ। ਪਹਿਲਾਂ ਵੀ ਹੋਈ ਸੀਗੇ, ਐਕਸਪੈਕਟ ਕੀਤਾ ਜਾ ਰਿਹਾ ਸੀ ਉਹਦੇ, ਜਿਸ ਤਰ੍ਹਾਂ ਜ਼ਿਆਦਾਤਰ ਸਟੇਟਸ ਹੁੰਦਾ ਹੀ ਹੈ, ਰਾਜਸਥਾਨ 'ਚ ਵੀ ਇਹੀ ਹੁੰਦਾ, ਪੰਜਾਬ 'ਚ ਵੀ ਹੁੰਦਾ ਹੈ, ਕੇਰਲਾ 'ਚ ਵੀ ਹੁੰਦਾ, ਇੱਕ ਵਾਰ LDF ਇੱਕ ਵਾਰ UDF, ਬਟ ਲੈਫਟ ਫਰੰਟ ਲਗਾਤਾਰ ਦੂਸਰੀ ਵਾਰ ਪਾਵਰ 'ਚ ਆਇਆ। ਸੋ ਕਾਂਗਰਸ ਚਾਹੇਗੀ ਕਿ ਜੇ ਉਹ ਅਲਾਇੰਸ ਕਰ ਲੈਂਦੇ ਨੇ ਕੇਰਲਾ ਦੇ ਵਿੱਚ ਵੀ, ਤੇ ਲੈਫਟ ਫਰੰਟ ਹੋਰ ਜ਼ਿਆਦਾ ਸਟਰੋਂਗ, ਕਿਉਂਕਿ ਔਰ ਕੇਰਲਾ ਇੱਕ ਐਸੀ ਸਟੇਟ ਹੈ ਕਿ BJP ਦਾ ਖਾਤਾ ਨਹੀਂ ਖੁੱਲਣਾ ਉੱਥੇ। ਸੋ ਦ ਫਾਈਟ ਇਜ਼ ਡਾਇਰੈਕਟਲੀ ਬਿਟਵੀਨ ਲੈਫਟ ਫਰੰਟ ਐਂਡ ਕਾਂਗਰਸ। ਕਾਂਗਰਸ ਤੇ ਪੂਰਾ ਜ਼ੋਰ ਲਗਾਏਗੀ ਕਿ ਅਸੀਂ ਘੱਟ ਤੋਂ ਘੱਟ ਵੈਨਾਡ ਉਹਨਾਂ ਕੋਲ ਉੱਥੇ। ਕਾਂਗਰਸ ਦੀ ਕੋਸ਼ਿਸ਼ ਹੋਏਗੀ ਘੱਟ ਤੋਂ ਘੱਟ 15, 17, 18 ਕਲੀਨ ਸਵੀਪ ਤਾਂ ਸ਼ਾਇਦ ਹੋਇਆ ਨਹੀਂ ਹੋਏ, 15 ਤੋਂ 18 ਸੀਟਾਂ ਦੇ ਉੱਤੇ ਟਾਰਗੇਟ ਕਰੇਗੀ ਕਾਂਗਰਸ। ਉੱਥੋਂ ਦੇਖੋ ਕਾਂਗਰਸ ਨੇ ਗੇਨ ਕਿੱਥੋਂ ਕਰਨਾ ਹੈ? ਕਾਂਗਰਸ ਕੇਰਲਾ ਤੋਂ ਗੇਨ ਕਰਨ ਦੀ ਤਿਆਰੀ ਕਰ ਰਹੀ ਹੈ, ਕਾਂਗਰਸ ਮਹਾਰਾਸ਼ਟਰ ਤੋਂ ਗੇਨ ਕਰਨ ਦੀ ਤਿਆਰੀ ਕਰ ਰਹੀ ਹੈ। ਉਹੀ ਪ੍ਰੋਬਲਮ ਹੈ ਨਾ, ਜਿੱਥੋਂ ਕਾਂਗਰਸ ਨੇ ਗੇਨ ਕਰਨਾ ਹੈ, ਅਲਾਇੰਸ ਪਾਰਟਨਰਸ ਉੱਥੋਂ ਸੀਟਾਂ ਵੱਧ ਮੰਗ ਰਹੇ ਆ। ਕਰਨਾਟਕਾ ਤੋਂ ਗੇਨ ਕਰਨ ਦੀ ਕੋਸ਼ਿਸ਼ ਕਰਨਗੇ, ਠੀਕ ਹੈ, ਦੈਟ ਇਜ਼ ਵੇਅਰ ਦੇ ਏਮ ਟੂ ਗੇਨ। ਤੇਲੰਗਾਨਾ 'ਚ ਗੇਨ ਕਰਨ ਦੀ ਏਮ ਕਰਨਗੇ, ਮਹਾਰਾਸ਼ਟਰ 'ਚ ਗੇਨ ਕਰਨ ਦੀ ਏਮ ਕਰਨਗੇ। ਲੇਕਿਨ ਜਿੱਥੇ ਉਹ ਗੇਨ ਕਰਨ ਦੀ ਗੱਲ ਕਰ ਰਹੇ ਨੇ ਤਾਂ ਉਧਰ ਅਲਾਇੰਸ, ਈਵਨ ਛੱਤੀਸਗੜ੍ਹ ਤਾਂ ਤੁਸੀਂ ਛੱਡ ਹੀ ਦਿਓ ਜੀ, ਝਾਰਖੰਡ ਦੇ ਵਿੱਚ JMM ਝਾਰਖੰਡ ਮੁਕਤੀ ਮੋਰਚਾ, ਉਹ ਨਹੀਂ ਇਹਨਾਂ ਦੀ ਗੱਲ ਬਣ ਰਿਹਾ। ਇਹ 10 ਸੀਟਾਂ ਦੀ ਡਿਮਾਂਡ ਕਰ ਰਹੇ ਉੱਥੇ, GM ਨਹੀਂ ਦੇ ਰਿਹਾ ਇਹਨਾਂ ਨੂੰ। ਚਾਹੇ ਉਹ ਸੁਰੇਨ ਸਾਹਿਬ, ਅੱਜ ਵੀ ED ਦੇ ਉਹਨੂੰ ਨੋਟਿਸ ਆਏ ਹੋਏ ਨੇ, ਅੱਜ ਵੀ ਉਹਨਾਂ ਨੂੰ ਉਹ ਭਾਈ ਦੌੜ ਮਚੀ ਹੋਈ ਉੱਥੇ ਸੁਰੇਨ ਸਾਹਿਬ ਦੀ ਕਿ ਜੀ ED ਦਾ ਨੋਟਿਸ ਆਇਆ, ਇੱਕ ਤਰਫ ਉਹਨੂੰ ਵੀ ਡੀਲ ਕਰ ਰਹੇ ਨੇ। ਉਹੀ ਗੱਲ ਹੈ ਨਾ, ਇਧਰੋਂ ਦੇਖੋ ਕੇਜਰੀਵਾਲ ਸਾਹਿਬ ਜਿਹੜੇ ਨੇ, ਇਹਨਾਂ ਨੂੰ ਵੀ ED ਦੇ ਨੋਟਿਸ ਆਏ ਨੇ, ਚੌਥਾ ਨੋਟਿਸ ਪਰ ਸਟਰੋਂਗ ਹੈ, ਚੌਥਾ ਨੋਟਿਸ ਆ ਗਿਆ, ਇਹ ਵੀ ਸਟਰੋਂਗ ਹੈ। ਕੇਜਰੀਵਾਲ ਸਾਹਿਬ ਇਹ ਵੀ ਕਹਿੰਦੇ ਜੀ ਵੀ ਆਰ ਗੋਇੰਗ ਟੂ ਹੋਲਡ ਆਵਰ ਗਰਾਊਂਡ, ਇਹ ਵੀ ਸਟਰੋਂਗ ਨੇ, ਉੱਥੇ ਵੀ ਇਹੀ ਦਿੱਕਤ ਹੈ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਅਸੀਂ ਰੈਪ ਅਪ ਕਰਦੇ ਹਾਂ ਜੀ। ਅੱਜ ਦੇ ਜੋ ਨੰਬਰਸ ਮੈਂ ਸ਼ੇਅਰ ਕਰ ਦਿੰਦਾ ਇੱਕ ਵਾਰ ਫਿਰ ਤੋਂ, 160 ਤੋਂ 180 ਸੀਟਾਂ BJP ਨੂੰ ਅਸੀਂ ਦੇ ਰਹੇ ਹਾਂ ਔਰ ਸਾਡੇ ਮੁਤਾਬਿਕ ਐਜ਼ ਵੀ ਸਪੀਕ ਪੋਲੀਟੀਕਲ ਸੈਂਸੈਕਸ ਇਹੀ ਹੈ ਕਿ ਰੋਜ਼ਾਨਾ ਇਹ ਚੇਂਜ ਹੁੰਦਾ ਰਹਿੰਦਾ, ਜੋ ਕੁਝ ਐਕਟੀਵਿਟੀਜ਼ ਹੋਣਗੀਆਂ ਅਲਾਇੰਸਿਸ। ਕੱਲ ਨੂੰ ਮਾਇਆਵਤੀ ਜੀ ਆ ਜਾਣ, ਅਲਾਇੰਸ ਹੋਰ ਬਣ ਜਾਏਗਾ। ਕੱਲ ਨੂੰ ਆਮ ਆਦਮੀ ਪਾਰਟੀ ਔਰ ਕਾਂਗਰਸ ਇਹ ਤੈਅ ਕਰ ਲੈਂਦੀ ਹੈ ਕਿ ਅਸੀਂ ਸਾਰੀਆਂ ਸਟੇਟਸ ਇਕੱਠੇ ਲੜਾਂਗੇ, ਹਿਮਾਚਲ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਗੁਜਰਾਤ ਦੇ ਵਿੱਚ ਵੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਐਂਡ ਗੋਆ, ਇਹ ਸਭ ਜਗ੍ਹਾ। ਹਾਲਾਂਕਿ 5 ਸਟੇਟਸ ਦੀ ਗੱਲ ਹੋ ਰਹੀ, ਪਰ ਮੈਂ ਗੱਲ ਕਰ ਰਿਹਾ ਕੁਝ ਵੀ ਹੋ ਸਕਦਾ ਹੈ ਪੋਲਿਟਿਕਸ। ਔਰ ਜੇ ਵਾਕਈ ਦਿਲੋਂ ਇਕੱਠੇ ਲੜਨ ਤਾਂ ਫਿਰ ਉਹਦਾ ਇੰਪੈਕਟ ਇੱਕ ਅਲੱਗ ਹੋਏਗਾ। ਉੱਤਰ ਪ੍ਰਦੇਸ਼ ਦੇ ਵਿੱਚ ਜੇ ਮਹਾਗਠਬੰਧਨ ਦੁਬਾਰਾ ਬਣਦਾ ਹੈ, ਮਾਇਆਵਤੀ ਜੀ, SP ਔਰ ਕਾਂਗਰਸ, ਤੇ ਉਹਦਾ ਇੰਪੈਕਟ ਇੱਕ ਅਲੱਗ ਹੋਏਗਾ। ਜੇ ਬਿਹਾਰ ਦੇ ਵਿੱਚ ਵਾਕਈ ਹੀ ਬਹੁਤ ਸਟਰੋਂਗਲੀ ਫਾਈਟ ਕਰਦੇ ਨੇ RJD, ਲਾਲੂ ਪ੍ਰਸਾਦ ਯਾਦਵ ਸਾਹਿਬ, JDU ਜਨਤਾ ਦਲ ਯੂਨਾਈਟਿਡ, ਨਿਤੀਸ਼ ਕੁਮਾਰ ਸਾਹਿਬ, ਔਰ ਉਹਨਾਂ ਦੇ ਨਾਲ ਕਾਂਗਰਸ ਵੀ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਲੜਦੀ ਹੈ, ਬਾਕੀ ਕੁਝ ਹੋਰ ਰੀਜਨਲ ਪਾਰਟੀਆਂ ਨੂੰ ਮਿਲਾ ਕੇ, ਤਾਂ ਉਹਦਾ ਇੰਪੈਕਟ ਇੱਕ ਅਲੱਗ ਹੋਏਗਾ। ਬੰਗਾਲ ਦੇ ਵਿੱਚ ਮਮਤਾ ਜੀ ਔਰ ਲੈਫਟ ਦੇ ਵਿੱਚ ਜੇ ਵਾਕਈ ਗੱਲਬਾਤ ਬਣ ਜਾਂਦੀ ਹੈ, ਜੋ ਮੁਸ਼ਕਿਲ ਲੱਗ ਰਹੀ ਹੈ, ਔਰ ਕਾਂਗਰਸ ਵੀ ਆ ਜਾਂਦੀ ਹੈ, ਉਹਦਾ ਇੰਪੈਕਟ ਇੱਕ ਅਲੱਗ ਹੋਏਗਾ। ਸੋ ਲੈਟਸ ਸੀ। ਇਸ ਲਈ ਪਰ ਅੱਜ ਦਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਮੈਂ ਕਾਂਗਰਸ ਨੂੰ ਮੈਂ ਜ਼ਰੂਰ ਇਹ ਕਹਾਂਗਾ, ਮੈਂ ਥੋੜੀ ਖੁੱਲ੍ਹ ਦਿਲੀ ਨਾਲ ਦੇ ਰਿਹਾ। ਮੈਂ 70 ਤੋਂ 90 ਦੇਣਾ ਚਾਹ ਰਿਹਾ ਸੀਗਾ, ਫਿਰ ਮੈਂ ਕੁਝ ਹੋਰ ਪ੍ਰੋਜੈਕਸ਼ਨਸ ਲਗਾ ਕੇ ਮੈਂ ਭਾਰਤ ਜੋੜੋ ਯਾਤਰਾ ਨੂੰ ਥੋੜਾ ਕਿਹਾ ਵੀ ਚਲੋ ਸ਼ਾਇਦ ਇਹ ਕਾਮਯਾਬ ਹੋ ਜਾਣਗੇ, ਔਰ BJP ਥੋੜਾ ਮੈਂ ਨੀਚੇ ਕਰ ਰਿਹਾ। ਤਾਂ 10 ਸੀਟਾਂ ਇਹਨਾਂ ਨੂੰ ਮੈਂ ਖੁੱਲ੍ਹ ਦਿਲੀ ਨਾਲ ਹੋਰ ਦੇਤੀਆਂ। 80 ਤੋਂ 100 ਦੇ ਰਿਹਾ ਮੈਂ ਕਾਂਗਰਸ ਨੂੰ, ਔਰ
260 ਤੋਂ ਲੈ ਕੇ 280 ਜਿਹੜੀਆਂ ਸੀਟਾਂ ਅੱਜ ਅਸੀਂ ਬੀਜੇਪੀ ਨੂੰ ਦੇ ਰਹੇ ਹਾਂ। ਬੀਜੇਪੀ ਪਿਛਲੀ ਵਾਰ 300 ਦਾ ਅੰਕੜਾ ਪਾਰ ਕਰ ਗਈ ਸੀ, ਤਾਂ ਮੇਰੇ ਜ਼ਾਤੀ ਤੌਰ ਤੇ ਮੰਨਣਾ ਹੈ ਵੀ 30 ਤੋਂ 40 ਸੀਟਾਂ ਬੀਜੇਪੀ ਲੂਜ਼ ਕਰ ਸਕਦੀ ਹੈ। ਮੈਂ 30 ਤੋਂ 40 ਸੀਟਾਂ ਬੀਜੇਪੀ ਨੂੰ ਹਰਾ ਰਿਹਾ। ਔਰ ਕਾਂਗਰਸ ਜਿਹੜੀ ਪਾਰਟੀ ਹੈਗੀ ਹੈ, ਕਿਉਂਕਿ 44 ਤੇ ਸੀਗੀ, ਸੋ ਕਾਂਗਰਸ ਪਾਰਟੀ ਨੂੰ ਮੈਂ 40 ਤੋਂ ਲੈ ਕੇ 60 ਦਾ ਗੇਨ ਦੇ ਰਿਹਾ, ਜੋ ਮੇਰੇ ਮੁਤਾबिक ਮੈਂ ਆਪ ਵੀ ਜੇ ਕਹਾਂ ਤਾਂ ਕਾਫੀ ਜ਼ਿਆਦਾ, ਬਟ ਆਈ ਐਮ ਗਿਵਿੰਗ दैट ਗੇਨ ਟੂ them। ਔਰ ਬਾਕੀ ਜਿਹੜੀਆਂ ਪਾਰਟੀਆਂ ਨੇ, ਜ਼ਾਹਿਰ ਜੀ ਗੱਲ ਹੈ ਕਿ ਜਿਹੜਾ ਕੁਝ ਬੀਜੇਪੀ ਹਲਕਾ ਜਿਹਾ ਲੂਜ਼ ਕਰ ਰਹੇ ਆ ਔਰ ਕਾਂਗਰਸ ਜਿਹੜਾ ਗੇਨ ਕਰ ਰਹੀ ਹੈ, ਸੋ ਬਾਕੀ ਪਾਰਟੀਆਂ ਜਿਹੜੀਆਂ ਮੋਰ ਔਰ ਲੈਸ ਸੇਮ ਨੇ। ਸੋ ਅੱਜ ਦਾ ਸਾਡਾ ਪੋਲੀਟੀਕਲ ਸੈਂਸੈਕਸ ਸਾਡਾ ਇਹ ਕਹਿੰਦਾ ਹੈ ਕਿ ਬੀਜੇਪੀ ਦੁਆਰਾ ਤੋਂ ਸਰਕਾਰ 'ਚ ਆ ਸਕਦੀ ਹੈ, ਐਨਡੀਏ ਦੁਆਰਾ ਸਰਕਾਰ 'ਚ ਆਉਣ ਦੇ ਚਾਂਸਸ ਨਜ਼ਰ ਆ ਰਹੇ ਨੇ, ਬਟ ਸੈਂਸੈਕਸ ਕਦੇ ਵੀ ਚੇਂਜ ਹੋ ਸਕਦਾ ਹੈ। ਸੋ ਅੱਜ ਦਾ ਸੈਂਸੈਕਸ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ। The biggest South Asian media group, Y Media.